ਧੰਨ ਗੁਰੂ ਰਾਮਦਾਸ ਮਹਾਰਾਜ। ਉਹਨਾਂ ਦੇ ਸਮੇਂ ਇੱਕ ਸਿੱਖ ਹੋਇਆ ਹੈ ਜਿਸ ਦਾ ਨਾਮ ਸੀ ਭਾਈ ਮਹਾਨੰਦ। ਇਹ ਭਾਈ ਮਹਾਨੰਦ ਜੀ ਬੜੇ ਭਜਨੀਕ ਪੁਰਸ਼ ਹੋਏ ਨੇ। ਪਹਿਲਾਂ ਇਹਨਾਂ ਨੇ ਹਿੰਦੂ ਧਰਮ ਦੇ ਜਿਹੜੇ ਗ੍ਰੰਥ ਸਨ ਉਹਨਾਂ ਦਾ ਬੜੇ ਚੰਗੇ ਤਰੀਕੇ ਨਾਲ ਮੁਤਾਲਿਆ ਕੀਤਾ ਹੋਇਆ ਸੀ। ਗੁਰੂ ਦੀ ਸੰਗਤ ਮਿਲੀ, ਵਹਿਮਾਂ ਭਰਮਾਂ ਚੋਂ ਉੱਚਾ ਉੱਠਿਆ। ਇੱਕ ਦਿਨ ਆਪਣੇ ਸਾਥੀਆਂ ਦੇ ਨਾਲ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰਬਾਰ ਵਿੱਚ ਪਹੁੰਚਿਆ ਤੇ ਆ ਕੇ ਇਸਨੇ ਗੁਰੂ ਮਹਾਰਾਜ ਜੀ ਨੂੰ ਆਖਿਆ, ਸਤਿਗੁਰੂ ਜੀ, ਅਸੀਂ ਜਨਮਾਂ ਜਨਮਾਂਤਰਾਂ ਤੋਂ ਦੁੱਖ ਅਤੇ ਸੁੱਖ ਭੋਗਦੇ ਆ ਰਹੇ ਹਾਂ। ਲੰਮਾ ਚਿਰ ਹੋ ਗਿਆ ਹੈ, ਜਨਮ ਤੇ ਮਰਨ ਦੇ ਗੇੜ ਵਿੱਚ ਪਏ ਹੋਏ ਹਾਂ। ਸਾਡੇ ਤੇ ਕਿਰਪਾ ਕਰਕੇ ਸਾਨੂੰ ਦੱਸੋ ਕਿ ਸਾਡਾ ਉਧਾਰ ਕਿਵੇਂ ਹੋਵੇਗਾ। ਇਹ ਉਸ ਦਾ ਪਹਿਲਾ ਸਵਾਲ ਸੀ, ਕਿਉਂਕਿ ਜਿਵੇਂ ਮੈਂ ਆਪ ਜੀ ਨੂੰ ਬੇਨਤੀ ਕੀਤੀ ਹੈ ਕਿ ਉਹਨੇ ਬਹੁਤ ਸਾਰੇ ਧਰਮ ਗ੍ਰੰਥ ਪੜ੍ਹੇ ਹੋਏ ਸਨ ਜਿਨ੍ਹਾਂ ਵਿੱਚੋਂ ਇਹ ਲਿਖਿਆ ਮਿਲਦਾ ਹੈ ਕਿ ਇਹ ਜੀਵ ਆਤਮਾ ਕਦੇ ਨਹੀਂ ਮਰਦੀ, ਸਰੀਰ ਬਦਲਦੀ ਰਹਿੰਦੀ ਹੈ ਤੇ ਜਨਮ ਮਰਨ ਦਾ ਜਿਹੜਾ ਗੇੜ ਹੈ ਉਹ ਚੱਲਦਾ ਰਹਿੰਦਾ ਹੈ। ਤੇ ਜਨਮ ਜਿਹੋ ਜਿਹਾ ਆਪਣੇ ਕੋਲ ਹੋਣੇ ਇਹੋ ਜਿਹੇ ਪਹਿਲਾਂ ਹੋਣਗੇ। ਜਿਵੇਂ ਆਪਾਂ ਇਸ ਜਨਮ ਵਿੱਚ ਕਦੀ ਸੁਖੀ ਹੁੰਨੇ ਆ, ਕਦੀ ਦੁਖੀ ਹੁੰਨੇ ਆ, ਇਸੇ ਤਰ੍ਹਾਂ ਹੀ ਪਹਿਲਾਂ ਕਈ ਜਨਮ ਬਿਤਾਏ ਹੋਣਗੇ। ਤੇ ਜਿਹੜੇ ਲੋਕ ਧਰਮ ਗ੍ਰੰਥਾਂ ਦਾ ਅਧਿਐਨ ਕਰਨ ਲੱਗ ਪੈਂਦੇ ਨੇ ਉਹ ਫਿਰ ਸਮਝਣ ਲੱਗ ਪੈਂਦੇ ਨੇ ਕਿ ਇਸ ਗੇੜ ਵਿੱਚੋਂ ਨਿਕਲਿਆ ਜਾ ਸਕਦਾ ਹੈ। ਤੇ ਨਿਕਲਣ ਦਾ ਜਿਹੜਾ ਤਰੀਕਾ ਹੈ, ਨਿਕਲਣ ਦਾ ਜਿਹੜਾ ਕੋਈ ਵਿਧੀ ਵਿਧਾਨ ਹੈ, ਉਹ ਮਹਾਂਪੁਰਸ਼ਾਂ ਨੂੰ, ਗੁਰੂ ਜਨਾਂ ਨੂੰ ਪੁੱਛਿਆ ਪਤਾ ਲੱਗ ਸਕਦਾ ਹੈ। ਉਹਨਾਂ ਦਾ ਐਸਾ ਵਿਚਾਰ ਬਣ ਜਾਂਦਾ ਹੈ ਧਾਰਮਿਕ ਗ੍ਰੰਥ ਪੜ੍ਹ ਪੜ੍ਹ ਕੇ। ਉਹਨਾਂ ਨੇ ਵੀ ਇਹੋ ਹੀ ਸਵਾਲ ਕੀਤਾ ਭਾਈ ਮਹਾਨੰਦ ਜੀ ਨੇ ਕਿ ਸਾਡਾ ਉਧਾਰ ਕਿਵੇਂ ਹੋਵੇ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਆਖਿਆ, ਆਪਣਾ ਸਰੂਪ ਪਹਿਚਾਣੋ। ਇੰਨੀ ਕੀ ਗੱਲ ਹੈ ਜੀ, ਤੁਸੀਂ ਤੇ ਮੈਂ ਵੀ, ਆਪਾਂ ਸਾਰੇ ਇਸ ਨੁਕਤੇ ਨੂੰ ਪਕੜਨਾ ਹੈ। ਆਪਾਂ ਜਿਵੇਂ ਲੰਮੇ ਸਮੇਂ ਤੋਂ ਕਥਾ, ਕਹਾਣੀਆਂ, ਕੀਰਤਨ ਇਹ ਸਭ ਕੁਝ ਸੁਣਦੇ ਆ ਰਹੇ ਹਾਂ। ਨਾ ਇਹ ਕਥਾ ਕਹਾਣੀਆਂ ਸੁਣਾਉਣ ਵਾਲਿਆਂ ਨੂੰ ਯਾਦ ਰਹਿੰਦੀਆਂ ਨੇ ਤੇ ਨਾ ਹੀ ਸੁਣਨ ਵਾਲਿਆਂ ਨੂੰ ਯਾਦ ਰਹਿੰਦੀਆਂ ਨੇ। ਆਪਾਂ ਭੁੱਲ ਸਾਰੇ ਹੀ ਜਾਂਦੇ ਆ। ਲੇਕਿਨ ਹਰ ਟਾਕ ਦੇ ਵਿੱਚੋਂ, ਹਰ ਕਥਾ ਕਹਾਣੀ ਦੇ ਵਿੱਚੋਂ ਕੁਝ ਨੁਕਤੇ ਹੁੰਦੇ ਨੇ ਜਿਹੜੇ ਸਾਨੂੰ ਫੜ ਲੈਣੇ ਚਾਹੀਦੇ ਨੇ ਤੇ ਉਹ ਨਹੀਂ ਭੁੱਲਣ ਦੇਣੇ ਚਾਹੀਦੇ। ਅੱਜ ਦੇ ਵਿਚਾਰ ਵਿੱਚ ਜਿਹੜਾ ਗੁਰੂ ਰਾਮਦਾਸ ਮਹਾਰਾਜ ਜੀ ਦਾ ਦੱਸਿਆ ਹੋਇਆ ਨੁਕਤਾ ਹੈ ਨਾ, ਆਪਣਾ ਸਰੂਪ ਪਹਿਚਾਣੋ। ਬਾਕੀ ਬੇਸ਼ੱਕ ਤੁਹਾਨੂੰ 45 ਮਿੰਟ ਵਿੱਚੋਂ ਕੁਝ ਵੀ ਯਾਦ ਨਾ ਰਵੇ, ਪਰ ਇਸ ਨੂੰ ਨਾ ਭੁੱਲਣਾ। ਪਲੀਜ਼ ਇਹਨੂੰ ਨੋਟ ਕਰ ਲਓ ਆਪਣੇ ਹਿਰਦੇ ਵਿੱਚ, ਦਿਲ ਵਿੱਚ, ਕਿ ਗੁਰੂ ਜੀ ਨੇ ਆਖਿਆ ਸੀ ਆਪਣਾ ਸਰੂਪ ਪਹਿਚਾਣੋ। ਹੁਣ ਜਦੋਂ ਗੁਰੂ ਜੀ ਨੇ ਆਖਿਆ ਆਪਣਾ ਸਰੂਪ ਪਹਿਚਾਣੋ ਤੇ ਉਹਨਾਂ ਨੇ ਸੁਭਾਵਕ ਹੀ ਅੱਗੋਂ ਕੁਝ ਆਖਣਾ ਤੇ ਸੀ। ਉਹ ਆਖਣ ਲੱਗੇ, ਮਹਾਰਾਜ ਜੀ, ਅਸੀਂ, ਕਿਉਂਕਿ ਉਹ ਖੱਤਰੀ ਘਰਾਣੇ ਵਿੱਚੋਂ ਸਨ ਮਹਾਨੰਦ ਜੀ, ਕਿ ਅਸੀਂ ਖੱਤਰੀਆਂ ਦੇ ਘਰ ਵਿੱਚ ਸਾਡਾ ਜਨਮ ਹੋਇਆ ਹੈ
ਤੇ ਸਾਨੂੰ ਬਚਪਨੇ ਤੋਂ ਹੀ ਮਾਤਾ ਪਿਤਾ ਨੇ, ਸਾਡੇ ਆਂਢੀਆਂ ਗੁਆਂਢੀਆਂ ਨੇ ਇਹ ਗੱਲ ਦੱਸੀ ਹੈ ਕਿ ਤੁਸੀਂ ਖੱਤਰੀ ਹੋ। ਤੇ ਇਹੋ ਹੀ ਸਾਡਾ ਸਰੂਪ ਹੈ। ਹੋਰ ਅਸੀਂ ਸਰੂਪ ਕਿਹੜਾ ਪਹਿਚਾਣੀ? ਅਸੀਂ ਜਾਣਦੇ ਹਾਂ ਅਸੀਂ ਖੱਤਰੀ ਹਾਂ। ਗੁਰੂ ਜੀ ਨੇ ਬੜੇ ਪਿਆਰ ਨਾਲ ਆਖਿਆ, ਭਾਈ ਮਹਾਨੰਦ, ਇਹ ਜਿਹੜਾ ਖੱਤਰੀ ਹੋਣਾ ਹੈ ਜਾਂ ਕੋਈ ਹੋਰ ਜਾਤੀ ਆਖ ਲਓ, ਇਹ ਜੋ ਹੋਣਾ ਹੈ, ਇਹ ਜਿਹੜਾ ਉਪਨਾਮ ਤੁਹਾਡੇ ਮਾਤਾ ਪਿਤਾ ਨੇ ਦਿੱਤਾ ਹੈ, ਇਹ ਤੁਹਾਡੇ ਸਰੀਰ ਨਾਲ ਸੰਬੰਧਿਤ ਹੈ। ਤੁਸੀਂ ਸਰੀਰ ਨਹੀਂ ਹੋ। ਇਹ ਗੱਲ ਸਮਝਣ ਵਾਲੀ ਹੈ। ਗੁਰੂ ਜੀ ਨੇ ਆਖਿਆ ਤੁਸੀਂ ਸਰੀਰ ਨਹੀਂ ਹੋ। ਜੇ ਗੱਲ ਭਾਈ ਮਹਾਨੰਦ ਜੀ ਨੂੰ ਆਖੀ ਗਈ ਏ ਤੇ ਹੋ ਸਕਦਾ ਹੈ ਸਾਡੇ ਸਭਨਾਂ ਤੇ ਵੀ ਲਾਗੂ ਹੁੰਦੀ ਹੋਵੇ ਕਿ ਅਸੀਂ ਸਰੀਰ ਨਹੀਂ ਹਾਂ। ਆਪਾਂ ਜਦੋਂ ਗੁਰਬਾਣੀ ਪੜ੍ਹਦੇ ਹਾਂ ਤੇ ਗੁਰੂ ਸਾਹਿਬ ਦਾ ਇੱਕ ਪਵਿੱਤਰ ਬਚਨ ਆਉਂਦਾ ਹੈ, ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ। ਇਹ ਜਿਹੜਾ ਸਰੀਰ ਸਾਨੂੰ ਮਿਲਿਆ ਹੈ, ਇਹ ਇੱਕ ਕੱਪੜਾ ਹੈ, ਇੱਕ ਬਸਤਰ ਹੈ ਆਤਮਾ ਦਾ। ਜਿਸ ਤਰ੍ਹਾਂ ਆਪਾਂ ਕੱਪੜੇ ਪਾਏ ਨੇ, ਸਾਰਿਆਂ ਨੇ ਆਪਾਂ ਕੱਪੜੇ ਪਹਿਨੇ ਹੋਏ ਨੇ, ਆਪਾਂ ਕੱਪੜੇ ਤੇ ਨਹੀਂ ਹਾਂ ਨਾ, ਆਪਾਂ ਇਹਨਾਂ ਕੱਪੜਿਆਂ ਦੇ ਅੰਦਰ ਕੁਝ ਹੋਰ ਹਾਂ। ਉਹ ਜੋ ਕੁਝ ਆਪਾਂ ਹੋਰ ਹਾਂ, ਉਹ ਸਾਨੂੰ ਇਉਂ ਲੱਗਦਾ ਕਿ ਅਸੀਂ ਇਹ ਸਰੀਰ ਹਾਂ, ਇਹ ਮੇਰਾ ਨਾਂ, ਇਹ ਮੇਰੀ ਜਾਤ, ਇਹ ਮੇਰਾ ਪਿੰਡ, ਇਹ ਮੇਰਾ ਅਹੁਦਾ, ਇਸ ਤਰ੍ਹਾਂ ਦਾ ਅਸੀਂ ਸਮਝਿਆ ਹੋਇਆ। ਲੇਕਿਨ ਗੁਰੂ ਜੀ ਆਖਦੇ ਨੇ ਸਰੀਰ ਵੀ ਇੱਕ ਕੱਪੜਾ ਹੈ। ਜੇ ਅਸੀਂ ਆਹ ਕੱਪੜੇ ਨਹੀਂ ਹਾਂ, ਇਸ ਤੋਂ ਅੰਦਰ ਅਸੀਂ ਕੁਝ ਹੋਰ ਹਾਂ, ਤੇ ਜੇ ਸਰੀਰ ਨੂੰ ਵੀ ਇੱਕ ਕੱਪੜਾ ਗੁਰਬਾਣੀ 'ਚ ਮੰਨਿਆ ਗਿਆ ਹੈ, ਫਿਰ ਅਸੀਂ ਉਹ ਕੱਪੜਾ ਵੀ ਨਹੀਂ ਹੋ ਸਕਦੇ। ਫਿਰ ਅਸੀਂ ਉਸ ਕੱਪੜੇ ਦੇ ਅੰਦਰ ਕੁਝ ਹੋਰ ਹਾਂ। ਇਹ ਬਚਨ ਗੁਰੂ ਰਾਮਦਾਸ ਮਹਾਰਾਜ ਜੀ ਭਾਈ ਮਹਾਨੰਦ ਜੀ ਨੂੰ ਸਮਝਾਉਂਦੇ ਨੇ ਕਿ ਤੁਸੀਂ ਇਸ ਸਰੀਰ ਵਿੱਚ ਇਸ ਕਰਕੇ ਆਏ ਹੋ, ਆਪਣੇ ਕੀਤੇ ਹੋਏ ਕਰਮਾਂ ਨੂੰ ਭੁਗਤਣ ਵਾਸਤੇ। ਤੇ ਜੋ ਹੁਣ ਕਰੋਗੇ ਉਹਨਾਂ ਨੂੰ ਫਿਰ ਹੁਣ ਕਰਨ ਤੋਂ ਬਾਅਦ ਫਿਰ ਭੁਗਤੋਗੇ। ਜਦੋਂ ਵੀ, ਜ਼ਰੂਰੀ ਨਹੀਂ ਅੱਜ ਦਾ ਕੀਤਾ ਅੱਜ ਹੀ ਭੁਗਤਾਂਗੇ। 10 ਸਾਲਾਂ ਨੂੰ ਭੁਗਤਿਆ ਜਾ ਸਕਦਾ ਹੈ, 20 ਨੂੰ ਭੁਗਤਿਆ ਜਾ ਸਕਦਾ ਹੈ, ਜਾਂ ਕਿਸੇ ਹੋਰ ਵਕਤ ਭੁਗਤਿਆ ਜਾ ਸਕਦਾ ਹੈ। ਜਿਹੜੇ ਹੁਣ ਕਰੋਗੇ ਉਹ ਵੀ ਭੁਗਤੋਗੇ। ਤੇ ਕਰਮਾਂ ਨੂੰ ਭੁਗਤਣ ਲਈ ਸਰੀਰ ਜ਼ਰੂਰੀ ਹੈ। ਤੇ ਪਰਮਾਤਮਾ ਵੱਲੋਂ ਸਾਨੂੰ ਕਰਮ ਭੁਗਤਾਉਣ ਵਾਸਤੇ ਸਰੀਰ ਦਿੱਤਾ ਜਾਂਦਾ, ਚਾਹੇ ਉਹ ਕਿਸੇ ਜੂਨੀ ਵਿੱਚ ਦਿੱਤਾ ਜਾਏ। ਸਰੀਰ ਹੋਏਗਾ ਤੇ ਅਸੀਂ ਕਰਮ ਭੁਗਤਾਂਗੇ। ਅੱਛਾ, ਇੱਕ ਗੱਲ ਹੋਰ ਚੇਤੇ ਰੱਖਣ ਵਾਲੀ ਏ, ਇੱਕ ਪ੍ਰੇਤ ਜੋਨੀ ਵੀ ਹੁੰਦੀ ਏ। ਜ਼ਰੂਰੀ ਨਹੀਂ ਕਿ ਅਸੀਂ ਇਹੋ ਜਿਹਾ ਆਕਾਰ ਵਾਲਾ ਸਰੀਰ ਪਾ ਕੇ ਹੀ ਕਰਮ ਭੁਗਤਾਂਗੇ। ਅਸੀਂ ਉਹੋ ਜਿਹੀਆਂ ਅਨਦਿਸ ਦੀਆਂ ਜੋਨੀਆਂ ਵਿੱਚ ਆ ਕੇ ਵੀ ਕਰਮ ਭੁਗਤਦੇ ਹਾਂ। ਸੋ ਇਹ ਕਰਮਾਂ ਕਰਕੇ ਸਾਨੂੰ ਸਰੀਰ ਮਿਲਿਆ, ਕਰਮ ਭੁਗਤ ਰਹੇ ਹਾਂ। ਜੋ ਹੁਣ ਕਰਾਂਗੇ ਉਹਨਾਂ ਨੂੰ ਭੁਗਤਾਂਗੇ। ਤੇ ਸਾਨੂੰ ਯਾਦ ਰੱਖਣਾ ਚਾਹੀਦਾ ਹੈ, ਅਸੀਂ ਇਹ ਨਹੀਂ ਹਾਂ, ਇਹ ਸਰੀਰ ਨਹੀਂ ਹਾਂ, ਅਸੀਂ ਕੁਝ ਹੋਰ ਹਾਂ। ਅਸੀਂ ਪਹਿਨਣ ਵਾਲੇ ਸਾਖੀ ਹਾਂ। ਇਸ ਬਸਤਰ ਨੂੰ ਯਾਨੀ ਸਰੀਰ ਰੂਪ ਕੱਪੜੇ ਨੂੰ ਪਹਿਨਣ ਵਾਲੇ ਇੱਕ ਸਾਖੀ ਹਾਂ। ਗੁਰੂ ਸਾਹਿਬ ਨੇ ਬਾਣੀ ਵਿੱਚ ਆਪਾਂ ਨੂੰ ਇਹ ਬਚਨ ਸਮਝਾਏ ਨੇ ਜੀ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਗੁਰੂ ਰਾਮਦਾਸ ਜੀ ਨੇ ਇਹੋ ਹੀ ਬਚਨ ਆਖਿਆ ਸੀ, ਆਪਣਾ ਸਰੂਪ ਪਹਿਚਾਣੋ, ਆਪਣਾ ਮੂਲ ਪਛਾਣ। ਹੈ ਮੇਰੇ ਮਨਾ ਤੂੰ ਜੋਤ ਸਵਰੂਪ ਹੈ, ਯਾਨੀ ਤੂੰ ਪ੍ਰਮਾਤਮਾ ਦੀ ਅੰਸ਼ ਹੈ। ਪਰਮਾਤਮਾ ਜੋਤ ਰੂਪ ਹੈ, ਪਰਮਾਤਮਾ ਪ੍ਰਕਾਸ਼ ਸਵਰੂਪ ਹੈ, ਤੂੰ ਵੀ ਉਹਦੀ ਅੰਸ਼ ਹੈ।
ਤੇ ਤੂੰ ਭੁੱਲ ਗਿਆ ਏ ਆਪਣੇ ਅਸਲੇ ਨੂੰ, ਆਪਣੇ ਅਸਲੀ ਸੱਚੇ ਸਵਰੂਪ ਨੂੰ। ਤੂੰ ਇਸ ਸਰੀਰ ਨੂੰ ਆਪਣਾ ਆਪਾ ਮੰਨ ਲਿਆ ਹੋਇਆ ਹੈ। ਪਹਿਚਾਨ ਆਪਣਾ ਮੂਲ, ਤੇਰਾ ਮੂਲ ਕੀ ਏ। ਮਨ ਹਰ ਜੀ ਤੇਰੇ ਨਾਲ ਹੈ। ਜਿਹੜਾ ਤੇਰਾ ਅਸਲਾ ਹੈ ਨਾ, ਉਹ ਹਮੇਸ਼ਾ ਤੇਰੇ ਨਾਲ ਰਹਿੰਦਾ ਹੈ। ਉਹ ਨਾ ਤੇਰੇ ਤੋਂ ਵੱਖਰਾ ਹੁੰਦਾ ਹੈ, ਨਾ ਹੀ ਵੱਖਰਾ ਹੋ ਸਕਦਾ ਹੈ। ਜਦੋਂ ਤੇਰੇ ਨਾਲੋਂ ਇਹ ਵੱਖਰਾ ਹੋਏਗਾ, ਉਦੋਂ ਇਹ ਸਰੀਰ ਨਹੀਂ ਰਹੇਗਾ। ਇਹ ਪੰਜਾਂ ਤੱਤਾਂ ਤੋਂ ਇਕੱਠਾ ਹੋ ਕੇ ਬਣਿਆ ਤੇ ਉਹਨਾਂ ਵਿੱਚ ਹੀ ਮਿਲ ਜਾਏਗਾ। ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਨ। ਗੁਰੂ ਦੀ ਮੱਤ ਦੁਆਰਾ ਪਰਮਾਤਮਾ ਦੇ ਪਿਆਰ ਨੂੰ ਸਮਝ। ਪਿਆਰ ਕੀ ਏ ਕਿ ਉਹ ਹਰ ਵਕਤ ਸਾਡੇ ਨਾਲ ਰਹਿੰਦਾ। ਸਾਨੂੰ ਕਿੰਨਾ ਪਿਆਰ ਕਰਦਾ ਹੋਏਗਾ। ਅਸੀਂ ਮਾੜੇ ਕੰਮ ਕਰੀਏ, ਅਸੀਂ ਚੰਗੇ ਕੰਮ ਕਰੀਏ, ਅਸੀਂ ਸੌਵੀਏ, ਅਸੀਂ ਜਾਗੀਏ, ਅਸੀਂ ਸੁੱਤੇ ਹੁੰਨੇ ਆ, ਉਹ ਸਾਡੇ ਨਾਲ ਜਾਗਦਾ ਹੁੰਦਾ। ਕਿੰਨਾ ਕੁ ਸਾਨੂੰ ਉਹ ਪਿਆਰ ਕਰਦਾ ਹੋਏਗਾ, ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ। ਉਹ ਹਰ ਵਕਤ ਸਾਡੇ ਨਾਲ ਰਹਿੰਦਾ। ਗੁਰੂ ਤੀਜੇ ਪਾਤਸ਼ਾਹ ਮਹਾਰਾਜ ਜੀ ਨੇ ਬਚਨ ਆਖਿਆ ਤੇ ਭਾਈ ਗੁਰਮੁਖਾ, ਤੂੰ ਗੁਰੂ ਦੀ ਮੱਤ ਤੇ ਚੱਲ ਕੇ ਪ੍ਰਮਾਤਮਾ ਦੇ ਪਿਆਰ ਦਾ ਆਨੰਦ ਮਾਣ। ਇਹ ਬਚਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਜਦੋਂ ਆਖੇ ਵੀ ਤੂੰ ਆਪਣਾ ਭਾਈ ਸਰੂਪ ਪਹਿਚਾਨ, ਤੇ ਉਹਦਾ ਅਗਲਾ ਜਿਹੜਾ ਸੀ ਸਵਾਲ ਆਖਣ ਲੱਗਾ ਵੀ ਆਪਣਾ ਸਵਰੂਪ ਕਿਵੇਂ ਪਹਿਚਾਣੀਏ। ਗੁਰੂ ਜੀ ਨੇ ਜਿਹੜਾ ਬਚਨ ਆਖਿਆ ਸੀ ਉਹ ਸੀ ਕਿ ਤੁਸੀਂ ਨੇਮ ਅਨੁਸਾਰ, ਨਿਯਮ ਅਨੁਸਾਰ। ਨੇਮ ਦਾ ਮਤਲਬ ਜੀ ਨਿਯਮ ਹੀ ਹੁੰਦਾ ਹੈ ਵੀ ਤੁਸੀਂ ਨਾ ਨਿਯਮ ਅਨੁਸਾਰ ਸਤ ਸੰਗਤ ਵਿੱਚ ਜਾਇਆ ਕਰੋ, ਮੂਲ ਨੂੰ ਪਹਿਚਾਨਣ ਲਈ। ਜਿਵੇਂ ਅਸੀਂ ਡਾਕਟਰ ਬਣਨਾ ਹੋਵੇ ਤੇ ਸਾਨੂੰ ਨਿਯਮ ਅਨੁਸਾਰ, ਨੇਮ ਅਨੁਸਾਰ ਸਾਰੀਆਂ ਕਲਾਸਾਂ ਅਟੈਂਡ ਕਰਨੀਆਂ ਹੁੰਦੀਆਂ ਨੇ। ਅਸੀਂ ਕੁਝ ਹੋਰ ਬਣਨਾ ਹੋਵੇ ਤੇ ਉਸ ਕਲਾਸ ਦੇ ਨਿਯਮਾਂ ਅਨੁਸਾਰ ਸਾਨੂੰ ਉਹ ਕਲਾਸ ਦੀਆਂ ਹਾਜ਼ਰੀਆਂ ਜ਼ਰੂਰੀ ਹੁੰਦੀਆਂ ਨੇ। ਇਸੇ ਤਰ੍ਹਾਂ ਜੇ ਤੁਸੀਂ ਆਪਣੇ ਮੂਲ ਨੂੰ ਪਹਿਚਾਨਣਾ ਹੈ ਤੇ ਮੂਲ ਨੂੰ ਪਹਿਚਾਨਣ ਵਾਸਤੇ ਸਤ ਸੰਗਤ ਦੀਆਂ ਹਾਜ਼ਰੀਆਂ ਵੀ ਨਿਯਮ ਅਨੁਸਾਰ ਜ਼ਰੂਰੀ ਨੇ। ਅਸੀਂ ਕਦੀ ਆ ਗਏ, ਕਦੀ ਨਾ ਆ ਗਏ, ਇਸ ਤਰ੍ਹਾਂ ਗੁਰਮੁਖੋ ਪਾਸ ਨਹੀਂ ਹੋਇਆ ਜਾਣਾ। ਜੇ ਅਸੀਂ ਇਸ ਸਾਲ ਆਪਣੀਆਂ ਹਾਜ਼ਰੀਆਂ ਪੂਰੀਆਂ ਨਾ ਕਰ ਪਾਏ, ਫਿਰ ਸਾਨੂੰ ਚਾਂਸ ਦਿੱਤਾ ਜਾਂਦਾ ਸਕੂਲਾਂ ਵਿੱਚ ਕਿ ਤੁਸੀਂ ਅਗਲੇ ਸਾਲ ਆਪਣੀਆਂ ਹਾਜ਼ਰੀਆਂ ਪੂਰੀਆਂ ਕਰ ਲਵੋ। ਸਾਨੂੰ ਚਾਂਸ ਦਿੱਤਾ ਜਾਏਗਾ, ਫਿਰ ਕਦੀ ਹਾਜ਼ਰੀਆਂ ਪੂਰੀਆਂ ਕਰਨ ਲਈ ਆਵਾਂਗੇ ਤੇ ਪਤਾ ਨਹੀਂ ਫਿਰ ਕਰ ਪਾਵਾਂਗੇ ਕਿ ਨਹੀਂ। ਇਸ ਲਈ ਹੁਣ ਹੀ ਕਰ ਲਈਏ। ਗੁਰੂ ਜੀ ਨੇ ਆਖਿਆ ਸੀ ਨਿਯਮ ਅਨੁਸਾਰ, ਨੇਮ ਅਨੁਸਾਰ ਸਤ ਸੰਗਤ ਵਿੱਚ ਜਾਇਆ ਕਰੋ। ਸਤ ਸੰਗਤ ਵਿੱਚ ਬਹਿ ਕੇ ਕੀਰਤਨ ਸੁਣੋ, ਬਹਿ ਕੇ ਕਥਾ ਸੁਣੋ ਤੇ ਜੋ ਉਹਦੇ ਵਿੱਚੋਂ ਉਪਦੇਸ਼ ਦਿੱਤੇ ਜਾਣ ਉਹਨਾਂ ਨੂੰ ਅਮਲ ਵਿੱਚ ਲਿਆਓ। ਜੇ ਤੁਸੀਂ ਉਹਨਾਂ ਨਿਯਮਾਂ ਨੂੰ, ਉਹਨਾਂ ਦਿੱਤੇ ਹੋਏ ਉਪਦੇਸ਼ਾਂ ਨੂੰ ਅਮਲ ਵਿੱਚ ਲਿਆਓਗੇ ਤੇ ਤੁਸੀਂ ਆਪਣੇ ਆਪੇ ਦੀ ਪਹਿਚਾਨ ਕਰ ਪਾਓਗੇ। ਸੋ ਇਹ ਤਰੀਕਾ ਦੱਸਿਆ ਗੁਰੂ ਰਾਮਦਾਸ ਮਹਾਰਾਜ ਜੀ ਨੇ ਸਾਨੂੰ ਆਪਣੇ ਆਪੇ ਦੀ ਪਹਿਚਾਨ ਕਿਵੇਂ ਹੋਵੇ। ਜਦੋਂ ਆਪਣੇ ਆਪੇ ਦੀ ਕਿਸੇ ਮਨੁੱਖ ਨੂੰ ਪਹਿਚਾਨ ਹੋ ਜਾਂਦੀ ਏ, ਉਦੋਂ ਉਹ ਪਰਮਾਤਮਾ ਵਿੱਚ ਲੀਨ ਹੋ ਜਾਂਦਾ ਹੈ। ਉਦੋਂ ਉਹਨੂੰ ਸਰੀਰ ਭੁੱਲ ਜਾਂਦਾ ਹੈ। ਉਦੋਂ ਉਹਨੂੰ ਇਹ ਜਿੰਨਾ ਕੁਝ ਦਿਸਦਾ ਪਸਾਰਾ ਸਾਡੇ ਆਲੇ ਦੁਆਲੇ ਇਕੱਠਾ ਹੋਇਆ, ਇਹ ਸਭ ਭੁੱਲ ਜਾਂਦਾ ਹੈ। ਇਹਦਾ ਮਤਲਬ ਇਹ ਨਹੀਂ ਲੈਣਾ ਕਿ ਉਹ ਕਿਤੇ ਪਰਿਵਾਰ ਨੂੰ ਭੁੱਲ ਕੇ ਤੇ ਕਿਸੇ ਹੋਰ ਥਾਂ ਚਲਾ ਜਾਂਦਾ, ਐਸਾ ਨਹੀਂ। ਸਿਰਫ ਸੁਰਤ ਕਰਕੇ, ਮਨ ਕਰਕੇ ਉਹ ਇਸ ਸਾਰੇ ਜੰਜਾਲ ਤੋਂ ਉੱਚਾ ਉੱਠ ਜਾਂਦਾ ਹੈ। ਬਸ ਇਹ ਗੱਲ ਧਿਆਨ ਵਿੱਚ ਰੱਖਣ ਵਾਲੀ ਏ ਕਿ ਸੰਸਾਰ ਵਿੱਚ ਰਹਿੰਦਿਆਂ, ਪਰਿਵਾਰ ਵਿੱਚ ਰਹਿੰਦਿਆਂ ਆਪਣੇ ਆਪੇ ਨੂੰ ਇਸ ਤੋਂ ਨਿਰਲੇਪ ਕਰ ਲੈਣਾ। ਤੇ ਇਹ ਨਿਰਲੇਪਤਾ ਉਦੋਂ ਆਉਂਦੀ ਏ
ਜਦੋਂ ਕੋਈ ਮਨੁੱਖ ਆਪਣੇ ਆਪੇ ਨੂੰ ਪਹਿਚਾਨ ਲੈਂਦਾ, ਉਸ ਤੋਂ ਪਹਿਲਾਂ ਆਉਂਦੀ ਨਹੀਂ ਜੀ ਇਹ ਨਿਰਲੇਪਤਾ। ਅਸੀਂ ਨਿਰਲੇਪਤਾ ਦੀਆਂ ਗੱਲਾਂ ਪਹਿਲਾਂ ਕਰਦੇ ਹਾਂ। ਇਹ ਕਿਵੇਂ ਆਵੇ, ਅਸੀਂ ਸਿੱਖਦੇ ਸਿਖਾਉਂਦੇ ਰਹਿੰਦੇ ਹਾਂ, ਪਰ ਨਿਰਲੇਪਤਾ ਆਉਂਦੀ ਨਹੀਂ। ਇਹਨੇ ਉਦੋਂ ਹੀ ਆਉਣਾ ਹੈ ਜਿੱਦਣ ਸਾਨੂੰ ਆਪਣੇ ਸਵੈ ਸਵਰੂਪ ਦਾ ਹਲਕਾ ਜਿਹਾ ਝਲਕਾਰਾ ਮਿਲ ਗਿਆ। ਉਸ ਤੋਂ ਪਹਿਲਾਂ ਨਹੀਂ ਜੇ ਆਉਣ ਵਾਲੀ ਨਿਰਲੇਪਤਾ। ਤੇ ਉਸ ਹਲਕੇ ਜਿਹੇ ਝਲਕਾਰੇ ਨੂੰ ਮਾਨਣ ਵਾਸਤੇ ਸਾਨੂੰ ਕੁਝ ਯਤਨ ਕਰਨਾ ਹੋਏਗਾ। ਗੁਰੂ ਰਾਮਦਾਸ ਮਹਾਰਾਜ ਜੀ ਨੇ ਆਖਿਆ, ਸੰਗਤ ਦੀਆਂ ਹਾਜ਼ਰੀਆਂ ਪੂਰੀਆਂ ਕਰੋ, ਜੋ ਉਪਦੇਸ਼ ਮਿਲਦੇ ਨੇ ਉਹਨਾਂ ਨੂੰ ਜੀਵਨ ਵਿੱਚ ਅਪਣਾਓ। ਸਹਿਜੇ ਸਹਿਜੇ ਆਤਮ ਸਵਰੂਪ ਦੀ ਲਖਤਾ ਜਿਹੜੀ ਏ ਉਹ ਹੋਣੀ ਪ੍ਰਾਰੰਭ ਹੋ ਜਾਏਗੀ। ਗੁਰੂ ਅਮਰਦਾਸ ਮਹਾਰਾਜ ਜੀ ਨੇ ਬਚਨ ਆਖੇ ਨੇ, ਮੂਲ ਪਛਾਣੈ ਤਾਂ ਸ਼ਹੁ ਜਾਣੈ। ਜਿੱਦਣ ਕੋਈ ਵਿਅਕਤੀ ਆਪਣੇ ਮੂਲ ਨੂੰ ਪਹਿਚਾਨ ਲੈਂਦਾ ਕਿ ਮੇਰਾ ਅਸਲੀ ਸਵਰੂਪ ਕੀ ਏ, ਉਸ ਵੇਲੇ ਉਹ ਰੱਬ ਨੂੰ ਜਾਣ ਲੈਂਦਾ ਹੈ। ਉਹਨੂੰ ਫਿਰ ਰੱਬ ਨੂੰ ਜਾਣਨ ਲਈ ਹੋਰ ਕਿਤੇ ਜਾਣ ਦੀ ਲੋੜ ਨਹੀਂ, ਕੁਝ ਵੀ ਕਰਨ ਦੀ ਲੋੜ ਨਹੀਂ। ਰੱਬ ਨੂੰ ਜਾਣਨ ਲਈ ਆਪਣੇ ਆਪੇ ਨੂੰ ਜਾਣਨਾ ਅਤੀ ਜ਼ਰੂਰੀ ਹੈ। ਕੁਝ ਲੋਕਾਂ ਨੇ ਇੱਥੇ ਹੀ ਇਸੇ ਹੀ ਭੁਲੇਖੇ ਵਿੱਚ ਪੈ ਕੇ ਉਹਨਾਂ ਨੇ ਘਰ ਬਾਹਰ ਛੱਡੇ, ਉਹਨਾਂ ਨੇ ਪਰਿਵਾਰ ਛੱਡੇ, ਉਹਨਾਂ ਨੇ ਸਮਾਜ ਦਾ ਤਿਆਗ ਕੀਤਾ ਤੇ ਚਲੇ ਗਏ ਬਾਹਰ ਕਿਤੇ, ਜਿੱਥੇ ਕਿਤੇ ਵੀ। ਕੀ ਉਹ ਪਹਿਚਾਨ ਕਰ ਪਾਏ? ਉਹ ਰੱਬ ਦੀ ਪਹਿਚਾਨ ਕਰਨ ਤੁਰੇ। ਰੱਬ ਕਹਿੰਦਾ, ਮੇਰੀ ਪਹਿਚਾਨ ਤੂੰ ਬੇਸ਼ੱਕ ਨਾ ਕਰ, ਤੂੰ ਆਪਣੇ ਆਪੇ ਦੀ ਪਹਿਚਾਨ ਕਰ ਲਾ। ਤੇ ਆਪਣਾ ਆਪਾ ਕਿਤੇ ਬਾਹਰ ਥੋੜੀ ਹੈ ਜੀ। ਆਪਣਾ ਆਪਾ ਤੇ ਆਪਣੇ ਅੰਦਰ ਹੀ ਹੋ ਸਕਦਾ ਹੈ, ਬਾਹਰ ਤੇ ਨਹੀਂ ਨਾ ਹੋ ਸਕਦਾ। ਤੇ ਆਪਣੇ ਆਪੇ ਦੀ ਪਹਿਚਾਨ ਕਰਨ ਲਈ ਸਾਨੂੰ ਆਪਣੇ ਆਪੇ ਦੇ ਅੰਦਰ ਹੀ ਝਾਤੀ ਮਾਰਨੀ ਪੈਣੀ ਹੈ। ਸਿਆਣੇ ਮਹਾਂਪੁਰਸ਼ ਆਖਦੇ ਨੇ ਕਿ ਤੁਸੀਂ ਆਪਣੇ ਆਪੇ ਨੂੰ ਵੇਖਣ ਲਈ ਆਪਣੇ ਅੰਦਰ ਆਪਣਾ ਧਿਆਨ ਸੀਮਿਤ ਕਰੋ, ਉਹਨੂੰ ਇਕੱਤਰਿਤ ਕਰੋ। ਆਪਣੇ ਧਿਆਨ ਨੂੰ ਆਪਣੇ ਅੰਦਰ ਲਿਜਾਓ। ਸ਼ੁਰੂ ਵਿੱਚ ਅਸੀਂ ਧਿਆਨ ਜਦੋਂ ਅੰਦਰ ਲਿਜਾਨੇ ਆ, ਉਦੋਂ ਸਿਰਫ ਇਹੋ ਹੀ ਵੇਖਣਾ ਹੁੰਦਾ ਕਿ ਅੱਜ ਮੈਂ ਸਾਰੇ ਦਿਨ 'ਚ ਕੀਤਾ ਕੀ ਹੈ, ਮੈਂ ਕਿੰਨੀ ਕੁ ਵਾਰੀ ਰੱਬ ਨੂੰ ਯਾਦ ਕੀਤਾ ਹੈ, ਕਿੰਨੀ ਕੁ ਵਾਰੀ ਮੈਂ ਆਪਣੇ ਆਪੇ ਦਾ ਧਿਆਨ ਧਰਿਆ ਹੈ, ਕਿੰਨੀ ਕੁ ਵਾਰੀ ਮੈਂ ਕੁਝ ਗਲਤ ਕਰ ਚੁੱਕਿਆ ਤੇ ਕਿੰਨੀ ਕੁ ਵਾਰੀ ਮੈਂ ਕੁਝ ਠੀਕ ਕਰ ਚੁੱਕਿਆ। ਇੱਥੋਂ ਆਪਣਾ ਆਪਾ ਵੇਖਣਾ ਪ੍ਰਾਰੰਭ ਹੁੰਦਾ ਹੈ ਜੀ। ਜਿਵੇਂ ਜਿਵੇਂ ਅਸੀਂ ਇਸ ਤਰ੍ਹਾਂ ਆਪਣੇ ਆਪੇ ਦਾ ਧਿਆਨ ਧਰਨ ਲੱਗਾਂਗੇ, ਦਿਹਾੜੀ ਵਿੱਚ 1 ਵਾਰੀ ਦਿਓ, ਫਿਰ 2 ਵਾਰੀ ਵੇਖੋ, ਫਿਰ 4 ਵਾਰੀ ਵੇਖੋ, ਹੌਲੀ ਹੌਲੀ ਇੱਕ ਸਮਾਂ ਆਏਗਾ ਕਿ ਸਾਨੂੰ ਫਿਰ ਆਪਣਾ ਆਪਾ ਹਰ ਵਕਤ ਚੇਤੇ ਰਹਿਣਾ ਪ੍ਰਾਰੰਭ ਹੋ ਜਾਏਗਾ। ਜਦੋਂ ਹੌਲੀ ਹੌਲੀ ਆਪਣਾ ਆਪਾ ਸਾਨੂੰ ਪ੍ਰਾਰੰਭ ਹੋ ਗਿਆ ਨਾ ਚੇਤੇ ਵਿੱਚ ਰਹਿਣਾ, ਫਿਰ ਇਹਦਾ ਆਪਣੇ ਆਪੇ ਦਾ ਸਰੂਪ ਕੀ ਉਹ ਵੀ ਉਘੜ ਕੇ ਸਾਹਮਣੇ ਆਉਣ ਲੱਗ ਪਏਗਾ। ਮੂਲ ਪਛਾਣੈ ਤਾਂ ਸ਼ਹੁ ਜਾਣੈ। ਜਦੋਂ ਇੱਥੋਂ ਤੱਕ ਕਿਸੇ ਵਿਅਕਤੀ ਦੀ ਅਵਸਥਾ ਪਹੁੰਚ ਜਾਂਦੀ ਹੈ ਨਾ, ਉਹ ਆਪਣੇ ਆਪੇ ਨੂੰ ਪਹਿਚਾਨ ਕੇ ਰੱਬ ਜੀ ਨੂੰ ਜਾਣ ਲੈਂਦਾ ਹੈ। ਉਦੋਂ ਮਰਨ ਜੀਵਨ ਕੀ ਸੋਝੀ ਹੋਈ, ਮੌਤ ਕੀ ਏ ਤੇ ਜ਼ਿੰਦਗੀ ਕੀ ਏ ਉਦੋਂ ਸਮਝ ਆਉਂਦਾ। ਉਸ ਤੋਂ ਪਹਿਲਾਂ ਸਾਨੂੰ ਕੋਈ ਸਮਝ ਨਹੀਂ ਆਉਂਦੀ। ਅਸੀਂ ਸਿਰਫ ਗੁਰੂ ਮਹਾਰਾਜ ਤੋਂ ਸੁਣ ਕੇ ਹੀ ਕਹਿ ਰਹੇ ਹਾਂ ਜੀ ਕਿ ਸਾਡੇ ਜੀਵਨ ਦਾ ਮਕਸਦ ਜਿਹੜਾ ਉਹ ਰੱਬ ਨੂੰ ਮਿਲਣਾ ਹੈ। ਇਹ ਸੁਣੀਆਂ ਸੁਣਾਈਆਂ ਗੱਲਾਂ ਨੇ, ਇਹਨਾਂ ਉੱਤੇ ਸਾਡਾ ਕੋਈ ਭਰੋਸਾ ਨਹੀਂ, ਕੋਈ ਵਿਸ਼ਵਾਸ ਨਹੀਂ। ਜੇ ਵਿਸ਼ਵਾਸ ਹੋਵੇ ਤੇ ਭਲਾ ਅਸੀਂ ਮੰਨ ਨਾ ਲਈਏ? ਫਿਰ ਅਸੀਂ ਮੰਨਦੇ ਕਿਉਂ ਨਹੀਂ? ਬਸ ਇੰਨੀ ਕੁ ਗੱਲ ਜ਼ਰੂਰ ਹੈ ਸਾਡੇ ਮਨ ਵਿੱਚ ਵੀ ਇਹ ਗੁਰੂ ਜੀ ਨੇ ਆਖਿਆ ਤੇ ਠੀਕ ਹੀ ਹੋਣਾ ਹੈ। ਇੰਨੀ ਕੁ ਸ਼ਰਧਾ ਸਾਡੀ ਜ਼ਰੂਰ ਹੈਗੀ ਏ, ਲੇਕਿਨ ਇਹਦੇ ਤੇ ਪੂਰਨ ਭਰੋਸਾ ਅਜੇ ਨਹੀਂ ਬਣਿਆ ਕਿ ਇਹ ਗੱਲ ਸੱਚੀ ਏ, ਮੇਰੇ ਜੀਵਨ ਦਾ ਮਕਸਦ ਕੀ ਏ। ਜਦੋਂ ਕੋਈ ਮਨੁੱਖ ਆਪਣੇ ਮੂਲ ਦੀ ਪਹਿਚਾਣ ਕਰਦਾ ਹੈ, ਉਦੋਂ ਸਮਝ ਆਉਣੀ ਸ਼ੁਰੂ ਹੁੰਦੀ ਏ ਮੌਤ ਕਿਹਨੂੰ ਆਖਦੇ ਨੇ ਤੇ ਜੀਵਨ ਦਾ ਕਿਸ ਚੀਜ਼ ਦਾ ਨਾਂ ਹੈ। ਫਿਰ ਜੀਵਨ ਜਿਉਣ ਦਾ ਆਨੰਦ ਆਉਂਦਾ ਹੈ ਤੇ ਫਿਰ ਮਰਨ ਦਾ ਵੀ ਆਨੰਦ ਆ ਜਾਂਦਾ। ਜਿੰਨਾ ਚਿਰ ਸਾਨੂੰ ਜੀਵਨ ਜਿਉਣਾ ਨਾ ਆਇਆ, ਮਰਨਾ ਕਿੱਥੋਂ ਆਉਣਾ?
ਜੀਵਨ ਇੱਕ ਬਾਹਰਲੀ ਪ੍ਰਕਿਰਿਆ ਏ, ਮੌਤ ਇੱਕ ਅੰਦਰਲੀ ਸੂਖਸ਼ਮ ਪ੍ਰਕਿਰਿਆ ਏ। ਜੇ ਸਾਨੂੰ ਇਹ ਬਾਹਰ ਦਿਸਦੇ ਸੰਸਾਰ ਵਿੱਚ ਵਿਚਰਨਾ ਕਿਵੇਂ ਉਹ ਹੀ ਨਾ ਆਇਆ, ਤੇ ਉਹ ਇੰਨੀ ਬਾਰੀਕ, ਇੰਨੀ ਸੂਖਸ਼ਮ ਕਿਰਿਆ ਜਿਹੜੀ ਸਾਡੇ ਅੰਦਰ ਹੀ ਅੰਦਰ ਘਟਣੀ ਹੈ, ਉਹਦਾ ਅਸੀਂ ਕਿਵੇਂ ਆਨੰਦ ਮਾਣ ਪਾਵਾਂਗੇ? ਨਹੀਂ ਮਾਣਿਆ ਜਾਣਾ ਜਿੰਨਾ ਚਿਰ ਅਸੀਂ ਮੂਲ ਨੂੰ ਨਹੀਂ ਪਹਿਚਾਣਦੇ। ਮਰਨ ਜੀਵਨ ਦੀ ਸੋਝੀ ਹੋ ਜਾਏਗੀ ਕਿ ਜੀਵਨ ਸਾਨੂੰ ਰੱਬ ਜੀ ਨੇ ਕਾਹਦੇ ਲਈ ਦਿੱਤਾ ਤੇ ਮਰ ਕੇ ਅਸੀਂ ਕਿੱਥੇ ਜਾਣਾ ਹੈ, ਇਹ ਸਮਝ ਆ ਜਾਏਗੀ ਫਿਰ। ਸੋ ਗੁਰੂ ਰਾਮਦਾਸ ਮਹਾਰਾਜ ਜੀ ਨੇ ਅੱਜ ਸਾਨੂੰ ਭਾਈ ਮਹਾਨੰਦ ਜੀ ਦੇ ਜਿਹੜੇ ਉਹਨੇ ਸਵਾਲ ਕੀਤੇ ਨੇ, ਉਹਨਾਂ ਦਾ ਜਵਾਬ ਦਿੰਦਿਆਂ ਹੋਇਆਂ ਇਹ ਗੱਲ ਸਮਝਾ ਦਿੱਤੀ ਕਿ ਤੁਹਾਡਾ ਉਧਾਰ ਵੀ ਹੋ ਜਾਏਗਾ, ਤੁਸੀਂ ਆਪਣੇ ਸਰੂਪ ਨੂੰ ਪਹਿਚਾਨ ਲਵੋ। ਸਰੂਪ ਨੂੰ ਕਿਵੇਂ ਪਹਿਚਾਨਣਾ ਹੈ? ਸਤ ਸੰਗਤ ਦੀਆਂ ਹਾਜ਼ਰੀਆਂ ਪੂਰੀਆਂ ਕਰਨੀਆਂ ਨੇ। ਜੋ ਕੁਝ ਆਖਿਆ ਜਾਏ ਉਸ ਨੂੰ ਸੱਤ ਕਰਕੇ ਮੰਨ ਕੇ ਜੀਵਨ ਵਿੱਚ ਅਪਣਾਉਣਾ ਹੈ। ਇਸ ਤਰ੍ਹਾਂ ਕਰਨ ਦੇ ਨਾਲ ਅਸੀਂ ਆਪਣੇ ਆਪੇ ਨੂੰ ਪਹਿਚਾਨ ਪਾਵਾਂਗੇ। ਕੱਲ ਦਾ ਜੀ ਜਿਹੜਾ ਦਿਨ ਗੁਜ਼ਰਿਆ ਹੈ, ਗੁਰੂ ਰਾਮਦਾਸ ਮਹਾਰਾਜ ਜੀ ਦਾ ਗੁਰਿਆਈ ਗੱਦੀ ਦਿਵਸ ਸੀ, ਇਸ ਲਈ ਮੈਂ ਉਹਨਾਂ ਦੇ ਜੀਵਨ ਵਿੱਚੋਂ ਇਹ ਵਿਚਾਰ ਤੁਹਾਡੇ ਨਾਲ ਸਾਂਝੀ ਕੀਤੀ ਹੈ। ਗੁਰੂ ਰਾਮਦਾਸ ਮਹਾਰਾਜ ਜੀ ਦੇ ਬਾਰੇ ਆਪਾਂ ਸਾਰੇ ਹੀ ਜਾਣਦੇ ਹਾਂ, ਆਪਾਂ ਬਹੁਤ ਵਾਰੀ ਇਤਿਹਾਸ ਸੁਣਿਆ ਹੈ ਕਿ ਉਹ ਛੋਟੀ ਜੀ ਉਮਰ ਵਿੱਚ ਸਨ, 6-7 ਸਾਲਾਂ ਦੇ ਹੀ ਸਨ ਜਦੋਂ ਉਹ ਯਤੀਮ ਹੋ ਗਏ ਸਨ। ਪਹਿਲਾਂ ਪਿਤਾ ਜੀ ਦਾ ਅਕਾਲ ਚਲਾਣਾ ਹੋ ਗਿਆ, ਫਿਰ ਮਾਤਾ ਜੀ ਦਾ ਵੀ ਹੋ ਗਿਆ। ਉਹ 6-7 ਸਾਲਾਂ ਦੀ ਉਮਰ ਵਿੱਚ ਯਤੀਮ ਹੋ ਗਏ ਤੇ ਉਹਨਾਂ ਦਾ ਜਿਹੜਾ ਪਰਿਵਾਰ ਸੀ ਨਾ ਜੀ, ਸ਼ਰੀਕੇ ਵਾਲੇ ਲੋਕ, ਉਹ ਇਸ ਤਰ੍ਹਾਂ ਸਮਝਦੇ ਸਨ ਕਿ ਰਾਮਦਾਸ, ਭਾਈ ਜੇਠਾ ਸੀ ਉਹਨਾਂ ਦਾ ਪਹਿਲਾ ਨਾਂ, ਭਾਈ ਜੇਠਾ ਹੁਣ ਸਾਡੀ ਹੀ ਜਿਹੜੀ ਕਾਰਵਾਈ ਹੈ, ਜਿਹੜਾ ਸਾਡਾ ਕੰਮ ਧੰਦਾ, ਉਹ ਸਾਡਾ ਹੀ ਕਰਕੇ ਰੋਟੀ ਖਾਏਗਾ, ਕਿਉਂਕਿ ਇਹਦਾ ਨਾ ਮਾਂ ਰਹੀ ਨਾ ਪਿਓ ਰਿਹਾ, ਤੇ ਹੁਣ ਇਹਨੇ ਕਿੱਥੇ ਜਾਣਾ, ਸਾਰੀ ਉਮਰ ਸਾਡੀ ਹੀ ਨੌਕਰੀ ਕਰੇਗਾ। ਇਹ ਉਹਨਾਂ ਦੇ ਮਨ ਦੇ ਖਿਆਲ ਸਨ। ਤੇ ਜੀ ਇਹ ਜ਼ਰੂਰੀ ਨਹੀਂ ਹੁੰਦਾ ਜਿਹੜੇ ਸਾਡੇ ਅੰਦਰ ਖਿਆਲ ਪੈਦਾ ਹੁੰਦੇ ਨੇ ਉਹ ਹਰ ਵਕਤ ਪੂਰੇ ਹੋ ਜਾਂਦੇ ਨੇ, ਇਹ ਜ਼ਰੂਰੀ ਨਹੀਂ ਹੁੰਦਾ। ਕਈ ਹੋ ਜਾਂਦੇ ਨੇ, ਕਈ ਨਹੀਂ ਵੀ ਹੁੰਦੇ। ਉਹਨਾਂ ਦਾ ਖਿਆਲ, ਉਹਨਾਂ ਦਾ ਸੁਪਨਾ ਉਦੋਂ ਟੁੱਟ ਗਿਆ ਜਦੋਂ ਭਾਈ ਜੇਠਾ ਆਪਣੀ ਨਾਨੀ ਦੇ ਪਿੰਡ ਚਲਾ ਗਿਆ, ਤੇ ਨਾਨੀ ਦੇ ਪਿੰਡ ਰਹਿੰਦੇ ਸਨ ਗੁਰੂ ਅਮਰਦਾਸ ਮਹਾਰਾਜ। ਉਹਨਾਂ ਦੀ ਸੰਗਤ ਨਾਲ ਉੱਥੇ ਖਡੂਰ ਸਾਹਿਬ ਆ ਗਿਆ, ਖਡੂਰ ਸਾਹਿਬ ਤੋਂ ਗੋਇੰਦਵਾਲ ਚਲੇ ਗਏ। ਇੱਥੇ ਉਹਨੇ ਤਕਰੀਬਨ 22-23 ਸਾਲ ਸੇਵਾ ਕੀਤੀ ਔਰ ਸਿਮਰਨ ਕੀਤਾ। ਜੀ ਇਹ ਗੱਲ ਇੱਕ ਸਮਝਣ ਵਾਲੀ ਜੇ, ਆਪਾਂ ਕਈ ਵਾਰੀ ਨਾ ਥੋੜਾ ਜਿਹਾ ਸਮਾਂ ਸਿਮਰਨ ਕਰਕੇ, ਨਿਤਨੇਮ ਕਰਕੇ, ਗੁਰਦੁਆਰੇ ਆ ਕੇ ਤੇ ਰੱਬ ਉੱਤੇ ਕਿੰਤੂ ਕਰਦੇ ਆ ਕਿ ਮੈਨੂੰ ਉਹਨੇ ਕੀ ਦਿੱਤਾ, ਇੰਨੇ ਸਾਲ ਹੋ ਗਏ ਨੇ ਮੈਨੂੰ ਫੇਰੇ ਮਾਰਦੇ ਆ, ਮੈਂ ਪਾਠ ਵੀ ਕਰਦਾ, ਮੈਂ ਸਿਮਰਨ ਵੀ ਕਰਦਾ, ਮੈਨੂੰ ਕੁਝ ਮਿਲਿਆ ਤੇ ਹੈ ਨਹੀਂ। ਰਘੁਬੀਰ ਸਿੰਘ ਬੀਰ ਨੇ ਇੱਕ ਗੱਲ ਲਿਖੀ ਏ, ਉਹ ਕਹਿੰਦੇ ਨੇ ਕਿ ਮੈਂ 20-22 ਸਾਲ ਕਿਸੇ ਨੂੰ ਪਤਾ ਲੱਗਣ ਤੋਂ ਬਿਨਾਂ, ਈਵਨ ਆਪਣੀ ਵਾਈਫ ਨੂੰ ਵੀ, ਘਰ ਵਾਲੀ ਨੂੰ ਵੀ ਪਤਾ ਲੱਗਣ ਤੋਂ ਬਿਨਾਂ 2 ਘੰਟੇ ਸਵੇਰੇ ਤੇ 2 ਘੰਟੇ ਸ਼ਾਮ ਨੂੰ ਬਿਨਾਂ ਨਾਗਾ 22-23 ਸਾਲ ਮੈਂ ਪ੍ਰਭੂ ਦੀ ਭਗਤੀ ਕੀਤੀ ਹੈ, ਬਿਨਾਂ ਨਾਗਾ। ਔਰ ਉਹਨਾਂ ਦਾ ਜਿਹੜਾ ਨਿਯਮ ਸੀ, ਆਪਾਂ ਨੂੰ ਗੁਰੂ ਜੀ ਨੇ ਆਖਿਆ ਨਾ ਨਿਯਮ ਅਨੁਸਾਰ ਹਾਜ਼ਰੀ ਭਰਨੀ, ਉਹਨਾਂ ਦਾ ਜਿਹੜਾ ਨਿਯਮ ਸੀ ਮੈਂ ਉਹ ਵੀ ਦੱਸ ਦਿਆਂ। ਕਹਿੰਦੇ ਨੇ ਮੈਨੂੰ ਕਿਸੇ ਮਹਾਂਪੁਰਸ਼ ਨੇ ਦੱਸਿਆ ਸੀ, ਨਿਯਮ ਕੀ ਏ, ਸਰਦੀਆਂ ਵਿੱਚ ਸਵੇਰੇ 4 ਤੋਂ 6 ਵਜੇ ਤੱਕ ਤੇ ਗਰਮੀਆਂ ਵਿੱਚ ਸਵੇਰੇ 3 ਤੋਂ 5 ਵਜੇ ਤੱਕ, ਇਹ 2 ਘੰਟੇ ਮੇਰਾ ਸਵੇਰ ਦਾ ਨਿਯਮ ਸੀ। ਮੀਂਹ ਪਵੇ, ਹਨੇਰੀ ਜਾਏ, ਬਰਫ਼ ਪਵੇ, ਜੋ ਮਰਜ਼ੀ ਹੋਵੇ, ਮੈਂ ਇਹ 2 ਘੰਟੇ ਨਿਯਮ ਅਨੁਸਾਰ
ਗਰਮੀਆਂ ਤੇ ਸਰਦੀਆਂ 20-22 ਸਾਲ ਲਾਏ ਨੇ, ਫਿਰ ਜਾ ਕੇ ਕੁਝ ਪ੍ਰਾਪਤੀ ਹੋਈ, ਪ੍ਰਾਪਤੀ ਦਾ ਰਸਤਾ ਖੁੱਲਿਆ। ਭਾਈ ਜੇਠਾ ਜੀ ਨੇ 22-23 ਸਾਲ ਗੁਰੂ ਅਮਰਦਾਸ ਮਹਾਰਾਜ ਜੀ ਦੀ ਸੰਗਤ ਵਿੱਚ ਰਹਿ ਕੇ ਸਿਮਰਨ ਤੇ ਸੇਵਾ ਵਿੱਚ ਗੁਜ਼ਾਰੇ। ਜੇ ਤੁਸੀਂ ਉਹਨਾਂ ਦਾ ਇਤਿਹਾਸ ਪੜ੍ਹ ਕੇ ਵੇਖੋ, ਗੁਰੂ ਅਮਰਦਾਸ ਮਹਾਰਾਜ ਜੀ ਦੇ ਕੋਲ ਰਹਿੰਦਾ ਹੈ, ਪਰ ਕਈ ਦਿਨ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਦਾ ਉਹਨੂੰ ਸਮਾਂ ਹੀ ਨਹੀਂ ਮਿਲਦਾ, ਉਹ ਜਾਂਦਾ ਹੀ ਨਹੀਂ, ਜਾ ਹੀ ਨਹੀਂ ਸਕਦਾ ਹੁੰਦਾ। ਜਦੋਂ ਸੰਗਤ ਆਉਂਦੀ, ਉਹ ਸੰਗਤ ਦੀ ਸੇਵਾ 'ਚ ਲੱਗ ਜਾਂਦਾ ਹੈ। ਅੰਮ੍ਰਿਤ ਵੇਲੇ ਤੋਂ ਉੱਠ ਕੇ ਉਹ ਸੰਗਤ ਦੀ ਲੰਗਰ ਪਾਣੀ, ਚਾਹ ਪਾਣੀ ਜਾਂ ਜੋ ਵੀ ਉਸ ਵਕਤ ਦਾ ਹੋਏਗਾ ਖਾਣ ਪੀਣ ਦਾ, ਉਹਦੇ ਵਿੱਚ ਗੁਜ਼ਾਰਦਾ। ਸਾਰਾ ਦਿਨ ਉਹ ਟੋਕਰੀ ਢੋਂਦਾ ਹੈ ਬਾਹਰ, ਬੌਲੀ ਸਾਹਿਬ ਦੀ ਸੇਵਾ ਲੱਗੀ ਉਹ ਕਰਦਾ ਹੈ। ਸ਼ਾਮ ਪੈਂਦੀ ਹੈ, ਸੰਗਤਾਂ ਦੇ ਇਸ਼ਨਾਨ ਦਾ ਇੰਤਜ਼ਾਮ ਕਰਦਾ, ਬਜ਼ੁਰਗਾਂ ਦੇ ਚਰਨ ਘੁੱਟਦਾ ਜਾ ਕੇ ਵੀ ਤੁਸੀਂ ਸਾਰਾ ਦਿਨ ਸੇਵਾ ਕਰਕੇ ਥੱਕ ਗਏ ਹੋਵੋਗੇ। ਰਾਤ ਨੂੰ ਜਦੋਂ ਲੰਮੇ ਪੈਂਦੇ ਨੇ, ਉਹਨਾਂ ਨੂੰ ਪੱਖਾ ਚੱਲਦਾ ਹੈ। ਇਸ ਕਰਕੇ ਗੁਰੂ ਅਮਰਦਾਸ ਮਹਾਰਾਜ ਜੀ ਕੋਲ ਜਾਣ ਦਾ ਜਾਂ ਉਹਨਾਂ ਦੇ ਦਰਸ਼ਨ ਕਰਨ ਦਾ ਸਮਾਂ ਹੀ ਨਹੀਂ ਮਿਲਦਾ। ਇੱਕ ਦਿਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਪੁੱਛਿਆ ਸੀ, ਭਈ ਉਹ ਜੇਠਾ ਨਹੀਂ ਨਜ਼ਰ ਆਉਂਦਾ, ਉਹ ਕਿੱਥੇ ਰਹਿੰਦਾ? ਤੇ ਜਿਹਨੂੰ ਪੁੱਛਿਆ ਉਹਨੇ ਆਖਿਆ, ਜੀ ਉਹ ਸਾਰਾ ਦਿਨ ਸੇਵਾ ਵਿੱਚ ਲੱਗਾ ਰਹਿੰਦਾ ਹੈ, ਉਹ ਰਾਤ ਨੂੰ ਕਦੇ ਲੰਮਾ ਪੈ ਕੇ ਸੌਂਦਾ ਨਹੀਂ। ਵੇਖੋ ਮਸ਼ੱਕਤ ਘਾਲਣੀ, ਜਿਨ੍ਹਾਂ ਨੇ ਘਾਲੀ ਹੈ ਜੀ, ਪਾਇਆ ਵੀ ਉਹਨਾਂ ਨਹੀਂ ਹੈ। ਕੋਈ ਸਾਡੇ ਵਰਗੇ ਗੱਲਾਂ ਵਾਲੇ ਹੀ ਰਹਿ ਜਾਂਦੇ ਨੇ। ਕਦੀ ਉਹ ਲੰਮਾ ਪੈ ਕੇ ਨਹੀਂ ਸੀ ਸੌਂਦੇ। ਸਰਦੀ ਹੋਣੀ ਤੇ ਜਿਹੜੇ ਚੁੱਲ੍ਹੇ ਦੇ ਕੋਲ ਬਹਿ ਕੇ ਰਾਤ ਨੂੰ ਉਹਨਾਂ ਨੇ ਭਾਂਡੇ ਸਾਫ਼ ਕੀਤੇ, ਦਾਲ ਸਬਜ਼ੀ ਬਣਾਈ, ਰੋਟੀਆਂ ਪਕਾਈਆਂ, ਉੱਥੇ ਹੀ ਉਹਦੇ ਲਾਗੇ ਹੀ ਇਸ ਤਰ੍ਹਾਂ ਬਹਿ ਕੇ ਸੌਂ ਲੈਣਾ 2 ਘੜੀਆਂ। ਨਿੱਘ ਹੁੰਦਾ ਸੀ ਨਾ ਜੀ, ਉਹ ਲੋਹ ਦੇ ਲਾਗੇ ਅੱਗ ਬਲਦੀ ਹੁੰਦੀ ਸੀ, ਉੱਥੇ ਹੀ ਬਹਿ ਕੇ ਇਸ ਤਰ੍ਹਾਂ ਸੌਂ ਲੈਣਾ 2 ਘੜੀਆਂ। ਤੇ ਸੰਗਤ ਦੇ ਉੱਠਣ ਤੋਂ ਪਹਿਲਾਂ ਫਿਰ ਨਹਾ ਧੋ ਕੇ ਉਹਨਾਂ ਦੀ ਸੇਵਾ ਵਿੱਚ ਜੁਟ ਜਾਣਾ। 22-23 ਸਾਲ ਗੁਰੂ ਮਹਾਰਾਜ ਜੀ ਨੇ ਪ੍ਰਸੰਨ ਹੋ ਕੇ ਇੱਕ ਦਿਨ ਬਾਬਾ ਬੁੱਢਾ ਸਾਹਿਬ ਜੀ ਨੂੰ ਆਖਿਆ, ਬਾਬਾ ਜੀ ਹੁਣ ਮੇਰਾ ਜਿਹੜਾ ਸਮਾਂ ਨਾ ਉਹ ਆ ਗਿਆ ਚਲੇ ਜਾਣ ਦਾ। ਆਪਾਂ ਨਾ ਕੱਲ ਨੂੰ ਗੁਰੂ ਅਮਰਦਾਸ ਮਹਾਰਾਜ ਜੀ ਦਾ ਜੋਤੀ ਜੋਤ ਦਿਵਸ ਹੈ, ਤੇ ਬੀਤੇ ਕੱਲ ਗੁਰੂ ਰਾਮਦਾਸ ਜੀ ਦਾ ਗੁਰਿਆਈ ਗੱਦੀ ਦਿਵਸ ਸੀ। ਆਪਾਂ ਸ਼ੁੱਕਰਵਾਰ ਨੂੰ ਗੁਰੂ ਅਮਰਦਾਸ ਮਹਾਰਾਜ ਜੀ ਦੇ ਜੋਤੀ ਜੋਤ ਦਿਵਸ ਤੇ ਵੀ ਗੱਲ ਕਰਾਂਗੇ। ਉਹਨਾਂ ਨੇ ਆਖਿਆ, ਬਾਬਾ ਬੁੱਢਾ ਜੀ ਮੇਰਾ ਇਸ ਸੰਸਾਰ ਨੂੰ ਤਿਆਗਣ ਦਾ ਯਾਨੀ ਸਰੀਰ ਛੱਡਣ ਦਾ ਸਮਾਂ ਆ ਗਿਆ ਹੈ, ਤੇ ਤੁਸੀਂ ਜਾਓ ਭਾਈ ਜੇਠਾ ਜੀ ਦੀ ਤਿਆਰੀ ਕਰਵਾਓ। ਤੇ ਮੈਂ ਫੈਸਲਾ ਕਰ ਲਿਆ ਹੈ, ਮੈਂ ਬੜੇ ਦਿਨਾਂ ਦਾ ਉਹਨੂੰ ਪਰਖਦਾ ਸਾਂ ਪਿਆ, ਬੜੇ ਦਿਨਾਂ ਦਾ ਪਰਖਦਾ ਸਾਂ। ਮੈਂ ਉਹਦੇ ਤੋਂ ਵੱਡੇ ਨੂੰ ਵੀ ਪਰਖਿਆ, ਯਾਨੀ ਵੱਡੇ ਜਵਾਈ ਨੂੰ, ਆਪਣੇ ਬੱਚਿਆਂ ਨੂੰ ਵੀ ਪਰਖਿਆ, ਮੈਂ ਸਾਰਿਆਂ ਨੂੰ ਪਰਖ ਲਿਆ। ਤੇ ਮੇਰੀ ਪਰਖ ਵਿੱਚ ਕੇਵਲ ਤੇ ਕੇਵਲ ਰਾਮਦਾਸ ਖਰਾ ਉਤਰਦਾ ਹੈ। ਜਾਓ ਉਹਨਾਂ ਨੂੰ ਆਖੋ ਤਿਆਰ ਹੋਣ, ਇਸ਼ਨਾਨ ਪਾਣੀ ਕਰਾ ਕੇ ਲੈ ਆਓ। ਉਹਨਾਂ ਨੂੰ ਮੈਂ ਗੁਰੂ ਨਾਨਕ ਦੇ ਘਰ ਦੀ ਜ਼ਿੰਮੇਵਾਰੀ ਸੌਂਪਣੀ ਚਾਹੁੰਦਾ। ਬਸ ਜਦੋਂ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਭਾਈ ਜੇਠਾ ਜੀ ਨੂੰ ਦੱਸਿਆ ਗਿਆ, ਤੇ ਉਹਨਾਂ ਨੇ ਹੱਥ ਜੋੜ ਕੇ ਆ ਕੇ ਬੇਨਤੀ ਕੀਤੀ ਸੀ ਸਤਿਗੁਰੂ ਜੀ ਨੂੰ ਵੀ ਮਹਾਰਾਜ ਜੀ ਤੁਸੀਂ ਮੈਨੂੰ ਸਿੱਖੀ ਬਖਸ਼ੋ, ਮੈਂ ਤੁਹਾਡਾ ਸਿੱਖ ਹੀ ਬਣਿਆ ਰਹਾ, ਮੈਨੂੰ ਇਹ ਹੀ ਚੰਗਾ ਲੱਗਦਾ ਹੈ। ਗੁਰਿਆਈ ਤੁਸੀਂ ਕਿਸੇ ਆਪਣੇ ਬੱਚੇ ਨੂੰ, ਆਪਣੇ ਪੁੱਤਰ ਨੂੰ ਦਿਓ। ਗੁਰੂ ਅਮਰਦਾਸ ਮਹਾਰਾਜ ਜੀ ਨੇ ਆਖਿਆ ਸੀ, ਨਹੀਂ ਭਾਈ ਜੇਠਾ, ਮੇਰੀ ਨਿਗਾਹ ਵਿੱਚ ਕੇਵਲ ਇਸ ਜ਼ਿੰਮੇਵਾਰੀ ਦੇ ਯੋਗ ਤੂੰ ਹੀ ਨਜ਼ਰ ਆਉਣਾ ਹੈ। ਗੁਰਿਆਈ ਦੀ ਜ਼ਿੰਮੇਵਾਰੀ ਦਿੱਤੀ ਗਈ 1 ਸਤੰਬਰ 1574 ਈਸਵੀ ਨੂੰ। ਤੇ ਉਹਨਾਂ ਦੇ ਬਾਰੇ ਨਾ ਜੀ ਫਿਰ ਇੱਕ ਗੁਰਬਾਣੀ ਦੇ ਵਿੱਚ ਸੱਤਾ ਤੇ ਬਲਵੰਡ ਜੀ ਦੀ ਵਾਰ ਹੈ, ਰਾਮਕਲੀ ਰਾਗ ਦੇ ਅੰਦਰ। ਉਸ ਵਾਰ ਦੇ ਅੰਦਰ ਉਹਨਾਂ ਨੇ ਸੱਤਾ ਤੇ ਬਲਵੰਡ ਜੀ ਨੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਸੰਬੰਧ ਵਿੱਚ ਬਚਨ ਲਿਖੇ ਨੇ। ਉਹ ਬਚਨ ਆਪਾਂ ਜ਼ਰੂਰ ਪੜ੍ਹਨੇ ਨੇ, ਸਮੇਂ ਦੇ ਅਨੁਸਾਰ ਹੀ ਆਪਾਂ ਸਮਾਪਤੀ ਕਰਾਂਗੇ। ਉਹ ਜਿਹੜੇ ਬਚਨ ਨੇ ਉਹਨਾਂ ਵਿੱਚ ਪਹਿਲੇ ਆ ਬਚਨ ਨੇ, ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੈ ਸਵਾਰਿਆ।
ਗੁਰੂ ਰਾਮਦਾਸ ਯਾਨੀ ਭਾਈ ਜੇਠਾ ਜੀ, ਜਿਨ੍ਹਾਂ ਨੂੰ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੁਰੂ ਹੋਣ ਦਾ ਮਾਣ ਬਖਸ਼ਿਆ। ਤੇ ਮਾਣ ਪਤਾ ਜੀ ਕਿਹਨੂੰ ਬਖਸ਼ਿਆ? ਜਿਹਨੂੰ ਉਹਦੇ ਸ਼ਰੀਕ ਕਹਿੰਦੇ ਸਨ ਸਾਰੀ ਜ਼ਿੰਦਗੀ ਸਾਡੀ ਹੀ ਨੌਕਰੀ ਕਰੇਗਾ, ਉਸ ਨੂੰ ਗੁਰੂ ਹੋਣ ਦਾ ਮਾਣ ਬਖਸ਼ਿਆ। ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ, ਕਿਸ ਨੇ ਸਿਰਜਣਾ ਕੀਤੀ ਸਾਡੀ ਸਾਰਿਆਂ ਦੀ? ਪਰਮਾਤਮਾ ਨੇ। ਸਾਡੇ ਸਰੀਰ ਦੀ ਜਿਹੜੀ ਬਣਤਰ ਏ ਇਹ ਸਾਡੇ ਮਾਤਾ ਪਿਤਾ ਨੇ ਨਹੀਂ ਬਣਾਈ, ਉਹਨਾਂ ਦਾ ਇੱਕ ਸੰਜੋਗ ਏ, ਜਿਸ ਸੰਜੋਗ ਨੂੰ ਪਾ ਕੇ ਸਾਡੇ ਸਰੀਰ ਦੀ ਬਣਤਰ ਵਾਹਿਗੁਰੂ ਜੀ ਨੇ ਬਣਾਈ ਏ, ਪਰਮਾਤਮਾ ਨੇ ਬਣਾਈ ਏ। ਜਿਨ ਸਿਰਿਆ, ਜਿਸ ਮਾਲਕ ਨੇ ਭਾਈ ਜੇਠਾ ਜੀ ਦੇ ਸਰੀਰ ਦੀ ਸਿਰਜਣਾ ਕੀਤੀ, ਤਿਨੇ ਸਵਾਰਿਆ। ਉਸੇ ਹੀ ਅਕਾਲ ਪੁਰਖ ਵਾਹਿਗੁਰੂ ਨੇ ਇਸ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਸ਼ੁਭ ਗੁਣਾਂ ਦੇ ਨਾਲ ਸੰਵਾਰ ਦਿੱਤਾ। ਆਪਾਂ ਆਪਣੇ ਅੰਦਰ ਜੇ ਝਾਤੀ ਮਾਰ ਕੇ ਵੇਖ ਲਈਏ ਭਈ ਗੁਣ ਕਿੰਨੇ ਕਿੰਨੇ ਤੇ ਔਗਣ ਕਿੰਨੇ ਕਿੰਨੇ। ਜੇ ਮੈਂ ਆਪਣੇ ਅੰਦਰ ਜਦੋਂ ਝਾਤੀ ਮਾਰਦਾ ਮੈਨੂੰ ਔਗਣ ਹੀ ਨਜ਼ਰ ਆਉਂਦੇ ਨੇ ਜੀ, ਗੁਣ ਤੇ ਕਿਤੇ ਕਿਤੇ ਕੋਈ ਦਿਸਦਾ ਮਾੜਾ ਮੋਟਾ। ਸਭ ਔਗਣ ਹੀ ਔਗਣਾਂ ਦੀਆਂ ਪੰਡਾਂ ਖੁੱਲ੍ਹਦੀਆਂ ਅੰਦਰੋਂ ਜਦੋਂ ਖੋਲ ਕੇ ਵੇਖਦੇ ਆ ਨਾ, ਆਪਣੀਆਂ ਫਾਈਲਾਂ ਜਿਹੜੀਆਂ ਪੁਰਾਣੇ ਸਮੇਂ ਦੀਆਂ ਇਕੱਠੀਆਂ ਕਰਕੇ ਰੱਖੀਆਂ ਨੇ, ਬਸ ਔਗਣ ਹੀ ਔਗਣ ਨਿਕਲਦੇ ਨੇ। ਗੁਰਬਾਣੀ ਚ ਐਵੇਂ ਨਹੀਂ ਲਿਖਿਆ ਗਿਆ ਹਮ ਅਵਗੁਣ ਭਰੇ ਏਕ ਗੁਣ ਨਾਹੀਂ। ਔਗਣਾਂ ਨਾਲ ਭਰੇ ਪਏ ਆ, ਹਰ ਵਕਤ ਔਗਣ ਕਰਦੇ ਆ, ਹਰ ਵਕਤ ਗੁਨਾਹ ਕਰਦੇ ਆ। ਵਾਹਿਗੁਰੂ ਸੱਚਾ ਪਾਤਸ਼ਾਹ ਬਖਸ਼ ਲਵੇ। ਬਸ ਕਿਤੇ ਕਿਤੇ ਕੋਈ ਗੁਣ ਲੱਭਦਾ ਹੈ, ਪਰ ਧੰਨ ਗੁਰੂ ਰਾਮਦਾਸ ਮਹਾਰਾਜ, ਉਹਨਾਂ ਵਿੱਚ ਕਿਤੋਂ ਔਗਣ ਲੱਭਦਾ ਹੀ ਨਹੀਂ। ਹਰ ਵਕਤ ਸੱਚ ਬਚਣ ਦੇ ਅਧਿਕਾਰੀ ਬਣ ਕੇ ਉਹ ਰਹੇ। ਤੇ 20-22 ਸਾਲ ਤਾਂ ਉਹਨਾਂ ਨੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਰਹਿ ਕੇ ਸੇਵਾ ਕੀਤੀ। ਉਹ ਜਿਹੜਾ ਪਹਿਲਾ ਜੀਵਨ ਹੈ ਜੀ ਨਾ, 6-7 ਸਾਲਾਂ ਦੇ ਜਦੋਂ ਛੋਟੇ ਜਿਹੇ ਬੱਚੇ ਯਤੀਮ ਹੋਏ ਸਨ, ਉਦੋਂ ਤੋਂ ਲੈ ਕੇ ਤੇ ਨਾਨੀ ਦੇ ਪਿੰਡ ਤੱਕ ਜਦੋਂ ਪਹੁੰਚੇ ਨੇ, ਉਦੋਂ ਤੱਕ ਦਾ ਜਿਹੜਾ ਜੀਵਨ ਹੈ ਉਹ ਵੀ ਕਮਾਲ ਦਾ ਜੀਵਨ ਹੈ। ਉਹਨਾਂ ਦੇ ਜੀਵਨ ਦੀ ਇੱਕ ਛੋਟੀ ਜਿਹੀ ਘਟਨਾ ਮੈਂ ਦੱਸਣਾ ਚਾਹੁੰਦਾ। ਲਾਹੌਰ ਵਿੱਚ ਸਨ ਉਦੋਂ, ਤੇ ਰਾਵੀ ਦੇ ਕਿਨਾਰੇ ਨਾ ਉੱਥੇ ਸ਼ਾਮ ਨੂੰ ਲੋਕੀ ਬੜੇ ਇਕੱਠੇ ਹੋ ਜਾਂਦੇ ਨੇ, ਉਂਝ ਘੁੰਮਣ ਫਿਰਨ ਚਲੇ ਜਾਂਦੇ ਨੇ ਦਰਿਆ ਦੇ ਕਿਨਾਰੇ ਤੇ ਭਾਈ ਜੇਠਾ ਨੂੰ ਇਹ ਸਮਾਂ, ਇਹ ਮੌਕਾ ਸੰਭਾਲਣਾ ਚੰਗਾ ਲੱਗਦਾ ਸੀ। ਉਹ ਨਾ ਆਪਣਾ ਜੋ ਕੁਝ ਵੇਚਦੇ ਸੀ, ਇਤਿਹਾਸਕਾਰਾਂ ਨੇ ਘੁੰਗਣੀਆਂ ਵੇਚਣਾ ਲਿਖਿਆ ਹੋਇਆ, ਉਹ ਵੇਚਣ ਜਾਂਦੇ ਸਨ ਤੇ ਉਹ ਉਸੇ ਦਰਿਆ ਦੇ ਕਿਨਾਰੇ ਚਲੇ ਜਾਂਦੇ ਸਨ ਵੀ ਲੋਕ ਇਕੱਠੇ ਹੋਏ ਨੇ, ਘੁੰਗਣੀਆਂ ਖਰੀਦ ਲੈਣਗੇ ਤੇ ਮੇਰੇ 2 ਟਕੇ ਬਣ ਜਾਣਗੇ। ਇੱਕ ਦਿਨ ਇੱਕ ਸਾਧੂਆਂ ਦੀ ਟੋਲੀ ਉੱਥੇ ਬੈਠੀ ਸੀ। ਇੱਕ ਸਾਧੂ ਉੱਠ ਕੇ ਆਇਆ, ਵੇਖਿਆ ਵੀ ਛੋਟਾ ਜਿਹਾ ਬਾਲਕ ਏ ਤੇ ਘੁੰਗਣੀਆਂ ਪਿਆ ਵੇਚਦਾ, ਤੇ ਆ ਕੇ ਨਾ ਉਹਦੇ ਅੱਗੇ ਉਹਨੇ ਝੋਲੀ ਕਰ ਦਿੱਤੀ ਵੀ ਬਾਲਕ, ਉਹਨੂੰ ਕੀ ਪਤਾ ਇਹਦਾ ਨਾਂ ਕੀ ਹੈ, ਬਾਲਕ ਮੈਨੂੰ ਵੀ ਘੁੰਗਣੀਆਂ ਦੇ ਦੇ। ਤੇ ਬਾਲਕ ਨੇ ਬਿਨਾਂ ਪੁੱਛੇ ਬੁੱਕ ਭਰੀ ਤੇ ਉਹਦੀ ਝੋਲੀ ਵਿੱਚ ਪਾ ਦਿੱਤੀ। ਉਹ ਲੈ ਕੇ ਪਰੇ ਚਲਾ ਗਿਆ। ਨਾ ਉਹਨੇ ਪੈਸੇ ਦਿੱਤੇ ਤੇ ਨਾ ਭਾਈ ਜੇਠਾ ਨੇ ਪੁੱਛਿਆ ਵੀ ਮੈਨੂੰ ਪੈਸੇ ਦੇ ਕੇ ਜਾ, ਮੈਂ ਤੇ ਵੇਚਦਾ ਹਾਂ, ਇਹ ਨਹੀਂ ਆਖਿਆ। ਬਸ ਉਹਨੇ ਮੰਗੀਆਂ ਤੇ ਉਹਨੇ ਝੋਲੀ ਦੇ ਵਿੱਚ ਬੁੱਕ ਭਰ ਕੇ ਪਾਤੀ, ਉਹ ਲੈ ਕੇ ਚਲਾ ਗਿਆ। ਇਹਨੇ ਨੂੰ ਦੂਜਾ ਸਾਧੂ ਆ ਗਿਆ, ਉਹ ਵੀ ਲੈ ਗਿਆ, ਤੀਜਾ ਆ ਗਿਆ, ਉਹ ਸਾਰੀ ਟੋਲੀ ਆ ਗਈ। ਉਹ ਜਿੰਨੀਆਂ ਕੁ ਘੁੰਗਣੀਆਂ ਸਨ ਪਰਾਤ ਵਿੱਚ, ਉਹ ਸਾਰੀਆਂ ਸਾਧੂਆਂ ਦੀਆਂ ਝੋਲੀਆਂ ਵਿੱਚ ਪਾ ਕੇ ਤੇ ਖਾਲੀ ਪਰਾਤ ਲੈ ਕੇ ਘਰ ਨੂੰ ਆ। ਇਹੋ ਜਿਹਾ ਜੀਵਨ ਸੀ, ਵੰਡ ਕੇ ਛਕਣਾ। ਅੱਜ ਤੁਸੀਂ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰਬਾਰ ਵਿੱਚ ਜਾ ਕੇ ਵੇਖੋ, ਪੂਰੀ ਦੁਨੀਆ, ਕੇਵਲ ਪੰਜਾਬ ਦੀ ਗੱਲ ਨਹੀਂ ਜੀ ਮੈਂ ਕਰਦਾ, ਪੂਰੀ ਦੁਨੀਆ ਵਿੱਚ ਗੁਰੂ ਰਾਮਦਾਸ ਮਹਾਰਾਜ ਦੇ ਘਰ ਦੇ ਵਰਗਾ ਕੋਈ ਘਰ ਹੀ ਨਹੀਂ, ਜਿੱਥੋਂ ਲੱਖਾਂ ਲੋਕ ਰੋਜ਼ਾਨਾ ਰੋਟੀ ਖਾਂਦੇ ਨੇ। ਲੱਖਾਂ ਦੀ ਗਿਣਤੀ ਵਿੱਚ, ਹਜ਼ਾਰਾਂ ਨਹੀਂ ਜੀ, ਲੱਖਾਂ ਦੀ ਗਿਣਤੀ ਵਿੱਚ ਗੁਰੂ ਰਾਮਦਾਸ ਮਹਾਰਾਜ ਦੇ ਘਰੋਂ ਲੋਕੀ ਰੋਟੀ ਖਾ ਕੇ ਜਾਂਦੇ ਜੇ। ਬਾਕੀ ਗੱਲਾਂ ਤੇ ਬਾਅਦ ਦੀਆਂ ਨੇ, ਜੋ ਹੁੰਦਾ ਹੈ ਉਹ ਵੱਖਰੀ ਕਹਾਣੀ ਹੈ। ਪਰ ਮੇਰੇ ਵਰਗੇ ਕਿੰਨੇ ਲੋਕ ਨੇ ਜਿਹੜੇ ਸਿਰਫ ਤੇ ਸਿਰਫ ਸਾਰੀ ਜ਼ਿੰਦਗੀ
ਗੁਰੂ ਰਾਮਦਾਸ ਦੇ ਘਰ ਦੀ ਰੋਟੀ ਖਾ ਕੇ ਹੀ ਗੁਜ਼ਾਰਾ ਕਰਦੇ ਨੇ। ਧੰਨ ਗੁਰੂ ਰਾਮਦਾਸ ਮਹਾਰਾਜ, ਜਿਨ ਸਿਰਿਆ ਤਿੰਨੇ ਸਵਾਰਿਆ। ਜਿਸ ਮਾਲਕ ਨੇ ਉਹਦੇ ਸਰੀਰ ਦੀ ਸਿਰਜਣਾ ਕੀਤੀ, ਉਸੇ ਮਾਲਕ ਨੇ ਹੀ ਉਹਨੂੰ ਇੰਨੇ ਸ਼ੁਭ ਗੁਣਾਂ ਦੇ ਨਾਲ ਸੰਵਾਰ ਤੇ ਸ਼ਿੰਗਾਰ ਦਿੱਤਾ ਕਿ ਜਿਸ ਨੂੰ ਉਹ ਕਹਿੰਦੇ ਸਨ ਯਤੀਮ ਏ, ਤੁਸੀਂ ਅੱਗੋਂ ਆਪ ਜਾਣਦੇ ਹੋ, ਸੋਢੀ ਸੁਲਤਾਨ ਹੋ ਨਿਬੜੇ। ਪੂਰੀ ਹੋਈ ਕਰਾਮਾਤ। ਜਦੋਂ ਇਹ ਸ਼ਬਦ ਆਪਾਂ ਕਰਾਮਾਤ ਵੇਖਦੇ ਆ ਨਾ ਜੀ, ਸਿੱਖ ਪ੍ਰਚਾਰਕ ਜਿਹੜੇ ਨੇ ਬੜੇ ਤਰਬਕਦੇ ਨੇ ਇਸ ਕਰਾਮਾਤ ਤੋਂ। ਹਾਏ ਹਾਏ, ਕਰਾਮਾਤ ਦਾ ਨਾਂ ਨਹੀਂ ਲੈਣਾ, ਸਿੱਖੀ ਵਿੱਚ ਕੋਈ ਕਰਾਮਾਤ ਨਹੀਂ ਹੁੰਦੀ। ਮੈਂ ਆਖਣਾ ਚਾਹੁੰਦਾ, ਸਿੱਖੀ ਪੂਰੀ ਦੀ ਪੂਰੀ ਇੱਕ ਕਰਾਮਾਤ ਹੈ। ਤੁਸੀਂ ਕਹਿੰਦੇ ਹੋ ਸਿੱਖੀ ਵਿੱਚ ਕਰਾਮਾਤ ਨਹੀਂ ਹੁੰਦੀ, ਮੈਂ ਕਹਿੰਦਾ ਪੂਰੀ ਸਿੱਖੀ ਹੀ ਇੱਕ ਕਰਾਮਾਤ ਹੈ। ਕੀ ਇਹ ਕਰਾਮਾਤ ਨਹੀਂ? ਮੁਗਲਾਂ ਦੀਆਂ ਜੜ੍ਹਾਂ ਸਦੀਆਂ ਤੋਂ ਲੱਗੀਆਂ ਹੋਈਆਂ ਇਸ ਹਿੰਦੁਸਤਾਨ ਦੇ ਅੰਦਰ। ਲੋਕੀ ਕਹਿੰਦੇ ਸਨ ਇਹਨਾਂ ਨੂੰ ਹੁਣ ਕੋਈ ਸ਼ਕਤੀ ਪੁੱਟ ਨਹੀਂ ਸਕੇਗੀ। ਇੰਨੀਆਂ ਜੜ੍ਹਾਂ ਡੂੰਘੀਆਂ ਚਲੀਆਂ ਗਈਆਂ ਮੁਗਲਾਂ ਦੀਆਂ ਹਿੰਦੁਸਤਾਨ ਵਿੱਚ। ਕੀ ਸਿੱਖੀ ਇੱਕ ਕਰਾਮਾਤ ਨਹੀਂ? ਜਿਨਨੇ ਮੁਗਲਾਂ ਦੀਆਂ ਜੜ੍ਹਾਂ ਦਾ ਇਹ ਬੋੜ ਪੁੱਟ ਕੇ ਦਰਿਆਵਾਂ ਵਿੱਚ ਸੁੱਟ ਦਿੱਤਾ ਤੇ ਮੁੜ ਕੇ ਜੜ੍ਹਾਂ ਲੱਗੀਆਂ ਹੀ ਨਾ। ਸਮੁੱਚੀ ਸਿੱਖੀ ਇੱਕ ਕਰਾਮਾਤ ਹੈ ਜੀ। ਕਰਾਮਾਤ ਦੇ ਜੇ ਤੁਸੀਂ ਸਹੀ ਅਰਥ ਪੜ੍ਹਨੇ ਹੋਣ ਤੇ ਕਰਾਮਾਤ ਦੇ ਅਰਥ ਹੁੰਦੇ ਨੇ ਉਹ ਕਰਮ ਜਿਹੜਾ ਕੀਤਾ ਨਾ ਜਾ ਸਕਦਾ ਹੋਵੇ ਲੇਕਿਨ ਕੋਈ ਜਣਾ ਕਰ ਦੇਵੇ, ਉਸ ਨੂੰ ਕਰਾਮਾਤ ਆਖਦੇ ਨੇ। ਕਰਾਮਾਤ ਕੋਈ ਹਊਆ ਨਹੀਂ। ਗੁਰੂਆਂ ਨੇ ਉਹ ਕਰਮ ਕਰਕੇ ਵਿਖਾਏ ਜਿਹੜੇ ਮਨੁੱਖਤਾ ਕੋਲੋਂ ਨਹੀਂ ਸਨ ਕੀਤੇ ਜਾ ਸਕਦੇ, ਉਹ ਕਰਕੇ ਵਿਖਾਏ ਉਹਨਾਂ ਨੇ। ਇਹਦਾ ਨਾਂ ਕਰਾਮਾਤ ਹੈ। ਕਰਾਮਾਤ ਕੋਈ ਮਾੜੀ ਚੀਜ਼ ਨਹੀਂ। ਹਾਂ, ਰਿੱਧੀਆਂ ਸਿੱਧੀਆਂ ਦੇ ਬਲ ਬੋਤੇ ਤੇ ਕਰਾਮਾਤਾਂ ਕਰਨੀਆਂ ਉਹ ਜ਼ਰੂਰ ਗੁਨਾਹ ਹੈ, ਉਹ ਜ਼ਰੂਰ ਮਾੜੀ ਗੱਲ ਹੈ। ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ। ਉਸ ਵਕਤ ਸੰਪੂਰਨ ਇੱਕ ਕਰਾਮਾਤ ਵਾਪਰ ਗਈ ਜਦੋਂ ਸਿਰਜਣਹਾਰ ਅਕਾਲ ਪੁਰਖ ਵਾਹਿਗੁਰੂ ਜੀ ਨੇ ਗੁਰੂ ਰਾਮਦਾਸ ਮਹਾਰਾਜ ਦੇ ਸਰੀਰ ਨੂੰ ਧਾਰਨ ਕਰ ਲਿਆ। ਸਾਡੇ ਸਭਨਾਂ ਦੇ ਸਰੀਰ ਵਿੱਚ ਵੀ ਤੇ ਉਹੀ ਰਹਿੰਦਾ ਹੈ ਜੀ, ਲੇਕਿਨ ਹੈ ਕਿੱਥੇ ਆ ਸਾਨੂੰ ਕੀ ਪਤਾ ਹੈ। ਅਸੀਂ ਤੇ ਉਹਨੂੰ ਕਦੇ ਨਹੀਂ ਜਾਣਦੇ, ਅਸੀਂ ਤੇ ਉਹਨੂੰ ਕਦੇ ਨਹੀਂ ਪਹਿਚਾਣਿਆ। ਪਰ ਧੰਨ ਗੁਰੂ ਰਾਮਦਾਸ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਜੀ ਨੇ ਮਨੁੱਖਤਾ ਦੇ ਭਲੇ ਨੂੰ ਸਾਹਮਣੇ ਰੱਖਦਿਆਂ ਇੱਕ ਸੰਪੂਰਨ ਕਰਾਮਾਤ ਕਰ ਵਿਖਾਈ ਕਿ ਇੱਕ ਯਤੀਮ ਬੱਚੇ ਨੂੰ ਆਪਣਾ ਆਪਾ ਉਹਦੇ ਵਿੱਚੋਂ ਪ੍ਰਗਟ ਕਰ ਦਿੱਤਾ। ਇਹ ਸੀ ਕਰਾਮਾਤ ਜਿਹੜੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪ ਕਰ ਦਿੱਤੀ। ਧੰਨ ਗੁਰੂ ਰਾਮਦਾਸ। ਅਗਲਾ ਬਚਨ ਜੀ ਸੱਤਾ ਜੀ ਲਿਖਦੇ ਨੇ, ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਜਦੋਂ ਵੇਖਿਆ ਕਿ ਭਾਈ ਜੇਠਾ ਜੀ ਗੁਰੂ ਰਾਮਦਾਸ ਮਹਾਰਾਜ ਜੀ ਬਣ ਗਏ ਨੇ, ਇੰਨੀ ਵੱਡੀ ਨਿਮਰਤਾ ਦੇ ਮਾਲਕ ਨੇ, ਇੰਨੀ ਵੱਡੀ ਸਹਿਨਸ਼ੀਲਤਾ ਦੇ ਮਾਲਕ ਨੇ। ਅੱਗੇ ਆਪਾਂ ਪੜ੍ਹਨਾ ਹੈ ਅਟਲ, ਅਥਾਹ, ਅਤੋਲ, ਇਹ ਸਾਰੇ ਉਹਨਾਂ ਦੇ ਗੁਣ ਦੱਸੇ ਨੇ ਜੀ ਸੱਤਾ ਜੀ ਨੇ। ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਗੁਰੂ ਨੂੰ ਗੁਰੂ ਜਾਣ ਕੇ ਨਹੀਂ, ਗੁਰੂ ਨੂੰ ਪਾਰ ਬ੍ਰਹਮ ਸਮਝ ਕੇ ਮੱਥਾ ਟੇਕਿਆ ਉਹਨਾਂ ਨੇ। ਮੈਂ ਕੱਲ ਪਰਸੋਂ ਵੀ ਤੁਹਾਡੇ ਨਾਲ ਸ਼ੁੱਕਰਵਾਰ ਵੀ ਬਚਨ ਕਰਦਾ ਸਾਂ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਆਓ, ਗੁਰੂ ਗ੍ਰੰਥ ਸਾਹਿਬ ਜੀ ਨੂੰ ਇਸ ਤਰ੍ਹਾਂ ਮੱਥਾ ਟੇਕੋ। ਇਹ ਸਭ ਤੋਂ ਵੱਡੇ ਸਤਿਗੁਰੂ ਹਨ, ਇਹ ਪਰਮੇਸ਼ਵਰ ਸਵਰੂਪ ਹਨ, ਇਹ ਸ਼ਬਦ ਗੁਰੂ ਦਾ ਜ਼ਾਹਰਾ ਰੂਪ ਹਨ। ਆਪਾਂ ਸ਼ਬਦ ਉੱਤੇ ਵੀ ਗੱਲ ਕਰ ਰਹੇ ਸਾਂ ਨਾ ਜੀ। ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਸਤਿਗੁਰੂ ਨੂੰ ਇਸ ਤਰ੍ਹਾਂ ਮੱਥਾ ਟੇਕਿਆ ਜਿਵੇਂ ਪਾਰ ਬ੍ਰਹਮ ਨੂੰ ਮੱਥਾ ਟੇਕੀਦਾ ਹੈ। ਅਟਲ, ਅਥਾਹ, ਅਤੋਲ ਤੂੰ, ਇਹ ਗੁਰੂ ਰਾਮਦਾਸ ਮਹਾਰਾਜ ਲਈ ਬਚਨ ਨੇ ਕਿ ਹੇ ਗੁਰੂ ਰਾਮਦਾਸ ਮਹਾਰਾਜ, ਤੂੰ ਅਟਲ ਯਾਨੀ ਨਿਹਚਲ ਹੈ, ਤੂੰ ਅਥਾਹ ਹੈ, ਤੇਰਾ ਥਾਹ ਨਹੀਂ ਪਾਇਆ ਜਾ ਸਕਦਾ, ਤੇਰੀ ਡੂੰਘਾਈ ਨਹੀਂ ਨਾਪੀ ਜਾ ਸਕਦੀ।
ਤੂੰ ਅਤੋਲ ਹੈ, ਤੇਰੀ ਵੈਲਿਊ ਨਹੀਂ ਪਾਈ ਜਾ ਸਕਦੀ, ਤੇਰੀ ਕੀਮਤ ਆਖੀ ਨਹੀਂ ਜਾ ਸਕਦੀ। ਤੇਰਾ ਅੰਤ ਨਾ ਪਾਰਾ ਵਾਰਿਆ। ਪਾਰਾਵਾਰ ਦਾ ਮਤਲਬ ਹੁੰਦਾ ਜੀ ਪਾਰਲਾ ਬੰਨਾ ਤੇ ਉਰਲਾ ਬੰਨਾ, ਜਿਵੇਂ ਸਾਗਰ ਦਾ ਪਾਰਲਾ ਬੰਨਾ ਤੇ ਉਰਲਾ ਬੰਨਾ। ਸਾਗਰ ਦਾ ਪਾਰਲਾ ਤੇ ਉਰਲਾ ਬੰਨਾ ਤੇ ਆਪਾਂ ਲੱਭ ਲਿਆ ਤੇ ਲੱਭ ਸਕਦੇ ਸਾਂ ਤੇ ਲੱਭ ਲਿਆ, ਪਰ ਗੁਰੂ ਰਾਮਦਾਸ ਮਹਾਰਾਜ ਜੀ ਦਾ ਪਾਰਲਾ ਬੰਨਾ ਤੇ ਉਰਲਾ ਬੰਨਾ ਕੋਈ ਨਹੀਂ ਲੱਭ ਸਕੇਗਾ, ਕਿਉਂਕਿ ਪਾਰ ਬ੍ਰਹਮ ਪਰਮੇਸ਼ਵਰ ਨੇ ਆਪ ਉਸ ਨੂੰ ਧਾਰਨ ਕੀਤਾ ਹੈ। ਪਰਮੇਸ਼ਵਰ ਆਪ ਉਸ ਰੂਪ ਵਿੱਚ ਆਣ ਹਾਜ਼ਰ ਹੋਇਆ ਹੈ। ਹੁਣ ਪਾਰ ਬ੍ਰਹਮ ਦਾ ਉਰਲਾ ਤੇ ਪਾਰਲਾ ਬੰਨਾ ਕੌਣ ਲੱਭ ਲਵੇਗਾ? ਅੱਗੇ ਉਹਨਾਂ ਨੇ ਆਖਿਆ, ਜਿੰਨੀ ਤੂੰ ਸੇਵਿਆ ਭਾਉ ਕਰ। ਜਿੰਨਾ ਜਿੰਨਾ ਗੁਰਮੁਖਾਂ ਨੇ, ਰੱਬ ਦੇ ਪਿਆਰਿਆਂ ਨੇ ਤੈਨੂੰ ਪਿਆਰ ਨਾਲ ਸੇਵਿਆ। ਸੇਵਿਆ ਦਾ ਮਤਲਬ ਹੁੰਦਾ ਜੀ ਸੇਵਾ ਤੇ ਸਿਮਰਨ, ਇਹ ਦੋ ਚੀਜ਼ਾਂ ਇਹਦੇ ਵਿੱਚੋਂ ਨਿਕਲਦੀਆਂ ਨੇ। ਸੇਵਿਆ ਵਿੱਚੋਂ ਸੇਵਾ ਕਰਨੀ ਤੇ ਸਿਮਰਨ ਕਰਨਾ। ਜਿਨ੍ਹਾਂ ਜਿਨ੍ਹਾਂ ਨੇ ਹੇ ਗੁਰੂ ਰਾਮਦਾਸ ਮਹਾਰਾਜ ਤੇਰੇ ਬਚਨਾਂ ਤੇ ਚੱਲਦਿਆਂ ਹੋਇਆਂ ਸੇਵਾ ਕੀਤੀ ਤੇ ਸਿਮਰਨ ਕੀਤਾ, ਸੇ ਤੁਧ ਪਾਰ ਉਤਾਰਿਆ। ਉਹਨਾਂ ਨੂੰ ਤੂੰ ਇਸ ਸੰਸਾਰ ਸਾਗਰ ਤੋਂ, ਭਵ ਸਾਗਰ ਤੋਂ ਪਾਰ ਕਰ ਦਿੱਤਾ। ਅੱਜ ਆਪਾਂ ਸ਼ੁਰੂ 'ਚ ਪੜ੍ਹਿਆ ਹੈ ਨਾ ਜੀ, ਭਾਈ ਮਹਾਨੰਦ ਜੀ ਨੇ ਆਖਿਆ ਸੀ, ਆ ਕੇ ਸਵਾਲ ਕੀਤਾ ਸੀ ਕਿ ਗੁਰੂ ਜੀ ਮੇਰਾ ਉਧਾਰ ਕਿਵੇਂ ਹੋਏਗਾ? ਬਸ ਕਿੰਨਾ ਸੌਖਾ ਤਰੀਕਾ ਹੈ, ਪਿਆਰ ਦੇ ਨਾਲ ਗੁਰੂ ਰਾਮਦਾਸ ਮਹਾਰਾਜ ਜੀ ਦਾ ਬਚਨ ਮੰਨ ਲਈਏ, ਉਹਦੇ ਬਚਨਾਂ ਮੁਤਾਬਕ ਸੇਵਾ ਕਰੀਏ ਤੇ ਸਿਮਰਨ ਕਰੀਏ। ਜਿਨ੍ਹਾਂ ਜਿਨ੍ਹਾਂ ਨੇ ਕੀਤਾ ਸੇ ਤੁਧ ਪਾਰ ਉਤਾਰਿਆ। ਕੋਈ ਸ਼ੱਕ ਨਹੀਂ ਉਹ ਸੰਸਾਰ ਸਾਗਰ ਤੋਂ ਪਾਰ ਲੰਘ ਹੀ ਜਾਣਗੇ। ਉਹਨਾਂ ਨੇ ਪਾਰ ਲਾ ਹੀ ਦੇਣਾ ਹੈ ਉਹਨਾਂ ਨੂੰ, ਕਿਉਂਕਿ ਸਤਿਗੁਰੂ ਹੈ ਬੋਹਿਥਾ ਵਿਰਲਾ ਕਿਨੈ ਵਿਚਾਰਿਆ। ਜਿਨ੍ਹਾਂ ਜਿਨ੍ਹਾਂ ਨੇ ਵਿਚਾਰ ਲਿਆ ਕਰ ਕਿਰਪਾ ਪਾਰ ਉਤਾਰਿਆ, ਉਹਨਾਂ ਨੂੰ ਪਾਰ ਲੰਘਾ ਹੀ ਦੇਣਾ ਸਤਿਗੁਰੂ ਨੇ। ਆ ਸੰਸਾਰਿਕ ਬੇੜੇ ਤਾਂ ਸਾਗਰਾਂ ਵਿੱਚ ਜੀ ਡੁੱਬ ਜਾਂਦੇ ਨੇ, ਇਹ ਹਜ਼ਾਰਾਂ ਨੂੰ ਲੈ ਕੇ ਡੁੱਬਦੇ ਨੇ, ਪਰ ਗੁਰੂ ਇੱਕ ਇਹੋ ਜਿਹਾ ਬੇੜਾ ਏ ਕਦੀ ਡੁੱਬੇਗਾ ਨਹੀਂ। ਜਿੰਨੇ ਲੋਕ ਸਵਾਰ ਹੋ ਜਾਣਗੇ ਉਹ ਪਾਰ ਹੀ ਜਾਣਗੇ। ਲੱਭ, ਲੋਭ, ਕਾਮ, ਕ੍ਰੋਧ, ਮੋਹ, ਉਹਨਾਂ ਦੇ ਵਿੱਚੋਂ ਜਿਹੜੇ ਤੇਰੇ ਦੱਸੇ ਮੁਤਾਬਕ ਸੇਵਾ ਤੇ ਸਿਮਰਨ ਕਰਨਗੇ, ਉਹਨਾਂ ਦੇ ਅੰਤःਕਰਨ ਵਿੱਚੋਂ ਤੂੰ ਇਹ ਸਾਰੀਆਂ ਚੀਜ਼ਾਂ ਮਾਰ ਕੱਢੇ, ਤੁਧ ਸਭ ਪਰਵਾਰਿਆ। ਇਹਨਾਂ ਵਿਕਾਰਾਂ ਨੂੰ ਪਰਿਵਾਰਾਂ ਸਹਿਤ ਮਾਰ ਕੇ ਕੱਢ ਦਿੱਤਾ। ਇਹ ਜੀ ਇਹ 5-7 ਚੀਜ਼ਾਂ ਜਿਹੜੀਆਂ ਆਪਾਂ ਰੋਜ਼ ਗਿਣਦੇ ਰਹਿੰਦੇ ਆ ਨਾ ਅੰਦਰ ਨੇ ਆਪਣੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿਕ, ਇਹ ਕੱਲੇ ਕੱਲੇ ਨਹੀਂ ਜੇ, ਇਹਨਾਂ ਦਾ ਇੱਕ ਵੱਡਾ ਵੱਡਾ ਪਰਿਵਾਰ ਸਾਡੇ ਅੰਦਰ ਸਾਡੇ ਨਾਲ ਰਹਿੰਦਾ ਹੈ। ਇਹਨਾਂ ਦੀਆਂ ਅੱਗੇ 5-5 ਤੇ 5 ਦੀਆਂ 25-25 ਪ੍ਰਕਿਰਤੀਆਂ ਬਣਦੀਆਂ ਨੇ। ਕਦੀ ਆਪਾਂ ਫਿਰ ਸਮਝਾਂਗੇ ਉਹਨਾਂ ਨੂੰ, ਇਹ ਬੜੇ ਵੱਡੇ ਪਰਿਵਾਰ ਵਾਲੇ ਨੇ ਆ ਜਿਹੜੇ ਨੇ। ਇਸ ਲਈ ਸੱਤਾ ਤੇ ਬਲਵੰਡ ਜੀ ਆਖਦੇ ਨੇ, ਜਿਨ੍ਹਾਂ ਲੋਕਾਂ ਨੇ ਤੇਰੀ ਸੇਵਾ ਕੀਤੀ, ਤੇਰੇ ਦੱਸੇ ਮੁਤਾਬਕ ਜੀਵਨ ਜੀਵਿਆ, ਉਹਨਾਂ ਦੇ ਅੰਦਰੋਂ ਪਰਿਵਾਰ ਸਹਿਤ ਇਹ ਵਿਕਾਰ ਕੱਢ ਕੇ ਤੂੰ ਬਾਹਰ ਸੁੱਟ ਦਿੱਤੇ। ਅਖੀਰ ਵਿੱਚ ਕੀ ਆਖਿਆ? ਧੰਨ ਸੋ ਤੇਰਾ ਥਾਨ ਹੈ। ਤੇਰਾ ਥਾਂ ਧਨਤਾ ਦੇ ਯੋਗ ਏ। ਕਿਹੜਾ ਥਾਂ? ਉਹ ਉੱਚੀ ਆਤਮਕ ਅਵਸਥਾ, ਜਿਸ ਨੂੰ ਗੁਰੂ ਜੀ ਨੇ ਆਖਿਆ ਸੱਚਖੰਡ ਵਸੈ ਨਿਰੰਕਾਰ। ਉਹ ਸੱਚਖੰਡ ਵਾਲੀ ਅਵਸਥਾ ਜਿਹੜੀ ਅੰਦਰੋਂ ਬਣਦੀ ਏ, ਜਿੱਥੇ ਗੁਰੂ ਰਾਮਦਾਸ ਮਹਾਰਾਜ ਜਾ ਕੇ ਟਿਕ ਗਏ ਤੇ ਟਿਕਿਆਂ ਹੋਇਆਂ ਨੂੰ ਫੜ ਕੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੁਰੂ ਨਾਨਕ ਸਾਹਿਬ ਦੇ ਘਰ ਦੀ ਜ਼ਿੰਮੇਵਾਰੀ ਸੌਂਪ ਦਿੱਤੀ। ਉਹ ਸੀ ਉਹਨਾਂ ਦਾ ਅਸਲੀ ਟਿਕਾਣਾ। ਧੰਨ ਸੋ ਤੇਰਾ ਥਾਨ ਹੈ, ਸੱਚ ਤੇਰਾ ਪੈਸਕਾਰਿਆ। ਪੈਸਕਾਰਿਆ ਦਾ ਮਤਲਬ ਹੁੰਦਾ ਜੀ ਪੇਸ਼ਕਾਰੀ। ਕਿਸੇ ਚੀਜ਼ ਨੂੰ ਸੰਗਤ ਦੇ ਸਾਹਮਣੇ ਪੇਸ਼ ਕਿਵੇਂ ਕੀਤਾ ਜਾਏ। ਜਦੋਂ ਰਾਜੇ ਮਹਾਰਾਜੇ ਵੱਡੇ ਲੋਕ ਆਉਂਦੇ ਨੇ, ਉਹਨਾਂ ਦੇ ਆਉਣ ਦੀ ਖੁਸ਼ੀ ਵਿੱਚ ਕਿਵੇਂ ਢੋਲ ਢਮੱਕੇ ਹੁੰਦੇ ਨੇ, ਲੋਕ ਸੱਜ ਧੱਜ ਕੇ ਆਉਂਦੇ ਨੇ, ਪੰਡਾਲ ਸਜਾਏ ਜਾਂਦੇ ਨੇ, ਉਸ ਸਭ ਕਾਸੇ ਨੂੰ ਪੇਸ਼ਕਾਰੀ ਆਖਦੇ ਨੇ। ਤੇਰੀ ਪੇਸ਼ਕਾਰੀ ਕੀ ਏ? ਜਾ ਕੇ ਹਰਿਮੰਦਰ ਵੇਖ ਲਵੋ, ਦਰਸ਼ਨ ਕਰ ਲਵੋ। ਇਹ ਗੁਰੂ ਰਾਮਦਾਸ ਮਹਾਰਾਜ ਦਾ ਤੇਰਾ ਪੈਸਕਾਰਿਆ। ਤੇਰਾ ਥਾਂ ਵੀ ਧਨਤਾ ਦੇ ਯੋਗ ਏ, ਤੇਰੀ ਪੇਸ਼ਕਾਰੀ ਵੀ ਧਨਤਾ ਦੇ ਯੋਗ ਏ, ਜਿੱਥੋਂ ਕੋਈ ਅੱਜ ਤੱਕ ਭੁੱਖਾ ਨਹੀਂ ਗਿਆ ਔਰ ਕਦੀ ਕੋਈ ਜਾਏਗਾ ਨਹੀਂ।
ਆਤਮਿਕ ਦਾਤਾਂ ਲੈਣ ਵਾਲੇ ਆਤਮਿਕ ਦਾਤਾਂ ਦੇ ਨਾਲ ਝੋਲੀਆਂ ਭਰ ਭਰ ਕੇ ਜਾਂਦੇ ਨੇ। ਸਰੀਰਕ ਢਿੱਡ ਦੀ ਭੁੱਖ ਮਿਟਾਉਣ ਵਾਲੇ ਉਹ ਵੀ ਉੱਥੋਂ ਰੱਜ ਕੇ ਉੱਠ ਕੇ ਜਾਂਦੇ ਨੇ। ਨਾਨਕ ਤੂੰ ਆ ਸਮਝਿਆ ਜੇ ਜੀ। ਧੰਨ ਗੁਰੂ ਰਾਮਦਾਸ ਮਹਾਰਾਜ, ਗੁਰੂ ਨਾਨਕ ਵੀ ਤੂੰ ਹੀ ਸੈ, ਲਹਿਣਾ ਤੂੰ ਹੈ। ਗੁਰੂ ਅੰਗਦ ਮਹਾਰਾਜ ਵੀ ਤੁਸੀਂ ਹੀ ਸੀ। ਗੁਰ ਅਮਰ ਤੂੰ ਹੀ ਗੁਰੂ ਅਮਰਦਾਸ। ਆ ਸ਼ਬਦ ਤੂੰ ਵੱਲ ਵੇਖ ਲਓ ਜੀ ਜਰਾ। ਸਾਨੂੰ ਜਰਾ ਕੋਈ ਤੂੰ ਆਖ ਦੇਵੇ, ਅਸੀਂ ਉਹਦੇ ਗਲ ਪੈਣ ਨੂੰ ਆਉਂਦੇ ਆ ਵੀ ਤੂੰ ਤੇ ਮੇਰੀ ਬੇਇੱਜ਼ਤੀ ਕਰਤੀ, ਮੈਨੂੰ ਤੂੰ ਆਖਦਾ, ਤੁਸੀਂ ਕਿਉਂ ਨਹੀਂ ਆਖਿਆ। ਸ਼ਬਦਾਂ ਦੇ ਝੇੜਿਆਂ ਵਿੱਚ ਨਾ ਪਿਆ ਕਰੋ। ਕਿਸੇ ਦੇ ਅੰਦਰ ਦੀ ਭਾਵਨਾ ਨੂੰ ਵੇਖੀਦਾ ਹੁੰਦਾ ਕਿ ਅੰਦਰੋਂ ਕਿੰਨਾ ਕੋਈ ਮੈਨੂੰ ਸਤਿਕਾਰ ਦਿੰਦਾ ਜਾਂ ਅਪਮਾਨ ਦਿੰਦਾ ਹੈ। ਸ਼ਬਦਾਂ ਨੂੰ ਜੇ ਸਾਨੂੰ ਕੋਈ ਤੁਸੀਂ ਆਖ ਦੇਵੇ ਤੇ ਥੱਲਿਓਂ ਸਾਡੀਆਂ ਜੜ੍ਹਾਂ ਵੱਢਦਾ ਹੋਵੇ, ਉਹਨੂੰ ਕੀ ਕਰੋਗੇ ਫਿਰ। ਸਮਝਣ ਵਾਲੀਆਂ ਚੀਜ਼ਾਂ ਨੇ। ਨਾਨਕ ਤੂੰ, ਲਹਿਣਾ ਤੂੰ ਹੈ, ਗੁਰ ਅਮਰ ਤੂੰ ਵਿਚਾਰਿਆ। ਸਿਆਣਿਆਂ ਲੋਕਾਂ ਨੇ, ਮਹਾਂਪੁਰਸ਼ਾਂ ਨੇ ਇਹ ਵਿਚਾਰ ਕੀਤੀ ਏ ਕਿ ਹੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ, ਤੁਹਾਡੇ ਵਿੱਚ ਤੇ ਪਹਿਲੇ 3 ਗੁਰੂ ਸਾਹਿਬਾਨ ਵਿੱਚ ਕੋਈ ਵੀ ਫਰਕ ਨਹੀਂ। ਗੁਰ ਡਿੱਠਾ ਤਾਂ ਮਨ ਸਾਧਾਰਿਆ। ਜਿਨ੍ਹਾਂ ਨੇ ਗੁਰੂ ਦਾ ਦਰਸ਼ਨ ਕਰ ਲਿਆ, ਉਹਨਾਂ ਦਾ ਮਨ ਟਿਕਾਣੇ ਆ ਗਿਆ। ਮਨ ਟਿਕ ਗਿਆ, ਮਨ ਦੀ ਭਟਕਣਾ ਮੁੱਕ ਗਈ। ਸੋ ਆਪਾਂ ਗੁਰੂ ਮਹਾਰਾਜ ਦੇ ਦਰਬਾਰ ਵਿੱਚ ਆਉਂਦੇ ਹਾਂ ਜੀ, ਆ ਕੇ ਗੁਰੂ ਦਾ ਦਰਸ਼ਨ ਕਰਿਆ ਕਰੀਏ। ਗੁਰੂ ਦਾ ਦਰਸ਼ਨ ਇਹ ਨਹੀਂ ਹੁੰਦਾ ਕਿ ਤੁਸੀਂ ਉਧਰੋਂ ਰੁਮਾਲਾ ਚੁੱਕ ਕੇ ਵੇਖ ਕੇ ਐ ਚਲੇ ਜਾਓ। ਇਹ ਨਹੀਂ ਗੁਰੂ ਦਾ ਦਰਸ਼ਨ। ਦਰਸ਼ਨ ਦੇ ਕਈ ਸਾਰੇ ਅਰਥ ਨੇ। ਮੈਂ ਇੱਕ ਦੱਸਣਾ ਚਾਹਾਂਗਾ, ਦਰਸ਼ਨ ਦਾ ਅਰਥ ਹੁੰਦਾ ਹੈ ਫਲਸਫਾ, ਜਿਹਨੂੰ ਆਪਾਂ ਅੰਗਰੇਜ਼ੀ ਵਿੱਚ ਫਿਲਾਸਫੀ ਆਖਦੇ ਹਾਂ। ਗੁਰੂ ਦਾ ਫਲਸਫਾ ਕੀ ਹੈ, ਗੁਰੂ ਦਾ ਸਿਧਾਂਤ ਕੀ ਹੈ, ਉਸ ਨੂੰ ਸਮਝ ਕੇ ਜੀਵਨ ਵਿੱਚ ਅਪਣਾਉਣਾ ਗੁਰੂ ਦਾ ਦਰਸ਼ਨ ਕਰਨਾ ਜੇ। ਅੱਖਾਂ ਨਾਲ ਵੇਖਿਆ ਜੇ ਦਰਸ਼ਨ ਹੁੰਦੇ ਤੇ ਪਿਰਥੀ ਚੰਦ ਵੇਂਦਾ ਹੀ ਸੀ ਰੋਜ਼। ਮਹਾਦੇਵ ਰੋਜ਼ ਵੇਖਦਾ ਹੀ ਸੀ। ਦਾਤੂ ਤੇ ਦਾਸੂ ਨੇ ਵੇਖ ਕੇ ਹੀ ਲੱਤ ਮਾਰੀ ਹੋਣੀ ਹੈ। ਕੋਈ ਅੱਖਾਂ ਤੇ ਪੱਟੀ ਬੰਨ ਕੇ ਥੋੜੀ ਲੱਤ ਮਾਰੀ ਸੀ, ਉਹ ਵੀ ਵੇਖਦੇ ਸਨ। ਵੇਖਣ ਨਾਲ ਕੱਖ ਨਹੀਂ ਜੇ ਹੋਣਾ। ਜਦੋਂ ਹੋਣਾ ਹੈ ਦਰਸ਼ਨ ਨਾਲ ਹੋਣਾ ਹੈ। ਦਰਸ਼ਨ ਤੋਂ ਭਾਵ ਗੁਰੂ ਦਾ ਸਿਧਾਂਤ, ਉਸ ਨੂੰ ਸਮਝ ਕੇ ਉਸ ਨੂੰ ਜੀਵਨ ਵਿੱਚ ਅਪਣਾਉਣਾ। ਗੁਰ ਡਿੱਠਾ ਤਾਂ, ਇਹ ਸ਼ਬਦ ਤਾਂ ਵੱਲ ਧਿਆਨ ਦਿਆ ਜੇ, ਤਦੋਂ ਮਨ ਸਾਧਾਰਿਆ, ਮਨ ਟਿਕ ਗਿਆ। ਸੋ ਅੱਜ ਗੁਰਮੁਖੋ ਮੈਂ ਤੁਹਾਡੇ ਨਾਲ ਗੁਰੂ ਰਾਮਦਾਸ ਮਹਾਰਾਜ ਜੀ ਦੇ ਗੁਰਿਆਈ ਗੱਦੀ ਦੇ ਸੰਬੰਧ ਵਿੱਚ ਕੁਝ ਬਚਨ ਸਾਂਝੇ ਕੀਤੇ ਨੇ। ਗੁਰੂ ਮਹਾਰਾਜ ਦੀ ਪਵਿੱਤਰ ਬਾਣੀ ਵਿੱਚੋਂ, ਉਹਨਾਂ ਦੇ ਇਤਿਹਾਸ ਵਿੱਚੋਂ ਵਿਚਾਰਾਂ ਕਰਦਿਆਂ ਮੇਰੇ ਕੋਲੋਂ ਬੜੀਆਂ ਗਲਤੀਆਂ ਹੋਈਆਂ ਹੋਣਗੀਆਂ। ਤੁਸੀਂ ਉਹ ਸਾਰੇ ਜਣਿਆਂ ਨੇ ਮੈਨੂੰ ਖਿਮਾ ਕਰਨਾ ਜੀ। ਅਗਲਾ ਪ੍ਰੋਗਰਾਮ ਪਿਆਰ ਨਾਲ ਸ਼ਰਵਣ ਕਰੋ। ਪਿਆਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।